Hello students, in this video lecture we are going to continue your fourth chapter, the rat trap from Flamingo book. I will continue in complete Punjabi explanation. ਜਿਵੇਂ ਕਿ ਆਪਾਂ ਫਸਟ ਚੈਪਟਰ ਦਾ ਐਂਡ ਜਿੱਥੇ ਕੀਤਾ ਸੀ ਉਹ ਇਹ ਸੀ ਕਿ ਆਇਰਨ ਮਾਸਟਰ ਉਸ ਸਟਰੇਂਜਰ ਨੂੰ ਆਪਣੇ ਨਾਲ ਘਰ ਲਿਜਾਣਾ ਚਾਹੁੰਦਾ ਸੀ, ਕਿਉਂਕਿ ਆਇਰਨ ਮਾਸਟਰ ਨੇ ਉਸ ਨੂੰ ਆਪਣਾ ਕੋਈ ਪੁਰਾਣਾ ਰੈਜੀਮੈਂਟ ਦਾ ਦੋਸਤ ਮੰਨ ਲਿਆ ਸੀ, ਸਮਝ ਲਿਆ ਸੀ, ਉਸ ਨੂੰ ਭੁਲੇਖਾ ਲੱਗ ਗਿਆ ਸੀ ਕਿ ਇਹ ਮੇਰਾ ਪੁਰਾਣਾ ਇੱਕ ਰੈਜੀਮੈਂਟ ਦੇ ਵਿੱਚੋਂ ਫੌਜ ਦੇ ਵਿੱਚੋਂ ਮੇਰਾ ਪੁਰਾਣਾ ਦੋਸਤ ਹੈ। ਪਰ ਜੋ ਇਹ ਸਟਰੇਂਜਰ ਸੀ ਇਹ ਚੋਰੀ ਕਰਕੇ ਆਇਆ ਸੀ ਅਤੇ ਡਰ ਰਿਹਾ ਸੀ ਕਿਤੇ ਮੈਂ ਫੜਿਆ ਨਾ ਜਾਵਾਂ, ਇਸ ਲਈ ਉਹ ਆਇਰਨ ਮਾਸਟਰ ਦੇ ਨਾਲ ਉਸਦੇ ਘਰ ਨਹੀਂ ਜਾਣਾ ਚਾਹੁੰਦਾ ਸੀ। ਅਖੀਰ ਆਇਰਨ ਮਾਸਟਰ ਨੇ ਕੀ ਸੋਚਿਆ ਵੀ ਇਹ ਮੇਰੇ ਨਾਲ ਘਰ ਨਹੀਂ ਜਾਣਾ ਚਾਹੁੰਦਾ ਅਤੇ ਆਇਰਨ ਮਾਸਟਰ ਉਸ ਨੂੰ ਉੱਥੇ ਹੀ ਛੱਡ ਕੇ ਚਲਾ ਜਾਂਦਾ ਹੈ। ਉਸ ਤੋਂ ਅੱਗੇ ਆਪਾਂ ਕੰਟੀਨਿਊ ਕਰਨ ਜਾ ਰਹੇ ਹਾਂ। ਬਟ ਹੀ ਲਾਫਡ ਟੂ ਹਿਮਸੈਲਫ ਐਜ਼ ਹੀ ਵੈਂਟ ਅਵੇ। ਪਰ ਆਇਰਨ ਮਾਸਟਰ ਕੀ ਹੈ, ਥੋੜਾ ਜਿਹਾ ਮੁਸਕਰਾਉਂਦਾ ਹੈ ਜਦ ਉਹ ਉਸ ਨੂੰ ਉੱਥੇ ਛੱਡ ਕੇ ਹੀ ਚਲਾ ਜਾਂਦਾ ਹੈ। ਐਂਡ ਦਾ ਬਲੈਕਸਮਿਥ ਹੂ ਨਿਊ ਹਿਮ, ਬਲੈਕਸਮਿਥ ਜੋ ਕਿ ਮੇਨ ਲੋਹਾਰ ਉਸ ਆਇਰਨ ਮਿਲ ਦੇ ਵਿੱਚ ਸੀ, ਉਹ ਆਪਣੇ ਮਾਲਕ ਜੋ ਇਹ ਆਇਰਨ ਮਾਸਟਰ ਸੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਦੇ ਮਨ ਵਿੱਚ ਕੋਈ ਗੱਲ ਹੈ। ਹਾਲੇ ਆਇਰਨ ਮਾਸਟਰ ਨੇ ਆਪਣੀ ਗੱਲ ਕੰਪਲੀਟ ਨਹੀਂ ਕੀਤੀ ਕਿ ਇਹ ਹੱਸ ਕੇ ਹੀ ਚਲਾ ਗਿਆ ਹੈ। ਐਂਡ ਦਾ ਬਲੈਕਸਮਿਥ ਹੂ ਨਿਊ ਹਿਮ ਅੰਡਰਸਟੂਡ ਵੈਰੀ ਵੈਲ that he had not said his last word. ਬਲੈਕਸਮਿਥ ਇਹ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਆਇਰਨ ਮਾਸਟਰ ਨੇ ਆਪਣੇ ਲਾਸਟ ਵਰਡਸ ਜੋ ਕੁਝ ਕਹਿਣੇ ਸੀ ਉਹ ਨਹੀਂ ਕਹੇ ਅਤੇ ਚਲਾ ਗਿਆ। It was not more than half an hour before they heard the sound of carriage wheel outside the fog. ਇਹ ਹਾਲੇ ਅੱਧੇ ਘੰਟੇ ਤੋਂ ਵੀ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਕਿ ਉਹਨਾਂ ਨੇ ਇੱਕ ਘੋੜੇ ਵਾਲੀ ਗੱਡੀ ਦੀ ਆਵਾਜ਼ ਸੁਣੀ ਆਪਣੀ ਭੱਠੀ ਦੇ ਬਾਹਰ। ਉਹ ਜੋ ਮਿਲ ਸੀ, ਕਾਰਖਾਨਾ ਸੀ, ਉਸ ਦੇ ਬਾਹਰ ਇੱਕ ਕੀ ਹੈ, ਘੋੜੇ ਵਾਲੀ ਇੱਕ ਗੱਡੀ ਆ ਕੇ ਰੁਕੀ। ਐਂਡ ਏ ਨਿਊ ਗੈਸਟ ਕੇਮ ਇਨ, ਅਤੇ ਇੱਕ ਨਵਾਂ ਗੈਸਟ ਹੁਣ ਇੱਥੇ ਆਇਆ। ਇਹ ਕੌਣ ਸੀ ਆਪਾਂ ਵੇਖਦੇ ਹਾਂ। ਬਟ ਦਿਸ ਟਾਈਮ ਇਟ ਵਾਜ਼ ਨਾਟ ਦਾ ਆਇਰਨ ਮਾਸਟਰ। ਪਰ ਇਸ ਸਮੇਂ ਆਇਰਨ ਮਾਸਟਰ ਨਹੀਂ ਆਇਆ ਸੀ ਦੁਬਾਰਾ। ਹੀ ਹੈਡ ਸੈਂਟ ਹਿਜ਼ ਡਾਟਰ, ਉਸਨੇ ਆਪਣੀ ਪੁੱਤਰੀ ਨੂੰ ਭੇਜਿਆ ਸੀ। ਅਪਰੈਂਟਲੀ ਹੋਪਿੰਗ ਦੈਟ ਸ਼ੀ ਵੁੱਡ ਹੈਵ ਬੈਟਰ ਪਾਵਰ ਆਫ ਪਰਸਿਊਸ਼ਨ ਦੈਨ ਹੀ ਹਿਮਸੈਲਫ। ਆਇਰਨ ਮਾਸਟਰ ਨੇ ਸ਼ਾਇਦ ਇਹ ਆਸ ਕੀਤੀ ਸੀ ਕਿ ਮੇਰੀ ਬੇਟੀ ਵਿੱਚ ਜ਼ਿਆਦਾ ਕੁਸ਼ਲਤਾ ਹੈ ਕਿਸੇ ਨੂੰ ਮਨਾ ਲੈਣ ਦੀ ਮੇਰੇ ਨਾਲੋਂ, ਇਸ ਲਈ ਉਸਨੇ ਆਪਣੀ ਬੇਟੀ ਨੂੰ ਭੇਜ ਦਿੱਤਾ ਸੀ ਤਾਂ ਕਿ ਉਹ ਸਟਰੇਂਜਰ ਨੂੰ ਮਨਾ ਕੇ ਘਰ ਲੈ ਆਵੇ। ਸ਼ੀ ਐਂਟਰਡ ਫੋਲੋਡ ਬਾਈ ਏ ਵਾਲਟ। ਵਾਲਟ ਕੀ ਹੁੰਦਾ ਹੈ? ਨੌਕਰ ਨੂੰ ਅਸੀਂ ਕਹਿੰਦੇ ਆ। ਉਹ ਆਉਂਦੀ ਹੈ, ਉਸ ਆਇਰਨ ਮਾਸਟਰ ਦੀ ਪੁੱਤਰੀ ਇੱਥੇ ਕਾਰਖਾਨੇ ਦੇ ਵਿੱਚ ਆਉਂਦੀ ਹੈ, ਜਿਸ ਦੇ ਪਿੱਛੇ ਇੱਕ ਨੌਕਰ ਵੀ ਆਉਂਦਾ ਹੈ। ਕੈਰਿੰਗ ਔਨ ਹਿਜ਼ ਆਰਮ, ਆਪਣੀ ਆਰਮ ਉੱਤੇ, ਬਾਂਹ ਉੱਤੇ ਉਸਨੇ ਕੀ ਚੱਕਿਆ ਹੋਇਆ ਹੈ? ਅ ਬਿਗ ਫਰ ਕੋਟ, ਇੱਕ ਵੱਡਾ ਫਰ ਕੋਟ ਉਸਨੇ ਚੱਕਿਆ ਹੋਇਆ ਹੈ ਆਪਣੀ ਬਾਂਹ ਉੱਪਰ। ਸ਼ੀ ਵਾਜ਼ ਨੋਟ ਐਟ ਆਲ ਪ੍ਰੀਟੀ, ਉਹ ਜੋ ਲੜਕੀ ਹੈ ਉਹ ਜ਼ਿਆਦਾ ਸੁੰਦਰ ਨਹੀਂ ਹੈ। ਬਟ ਸੀਮਡ ਮੋਡੈਸਟ ਐਂਡ ਕੁਆਇਟ ਸ਼ਾਈ, ਪਰ ਉਹ ਕੀ ਹੈ, ਬਹੁਤ ਜ਼ਿਆਦਾ ਮੋਡੈਸਟ, ਇੱਕ ਨਿਬਰ ਸੁਭਾਅ ਵਾਲੀ ਅਤੇ ਬਹੁਤ ਹੀ ਸ਼ਰਮੀਲੀ ਲੱਗਦੀ ਹੈ। In the fog everything was just as it had been earlier in the evening. ਉਸ ਭੱਠੀ ਦੇ ਕੋਲ ਕੀ ਹੈ, ਸਭ ਕੁਝ ਉਸੇ ਤਰ੍ਹਾਂ ਹੀ ਹੈ ਜਿਵੇਂ ਸ਼ਾਮ ਨੂੰ ਸੀ ਜਦ ਆਇਰਨ ਮਾਸਟਰ ਖੁਦ ਆਇਆ ਸੀ। The master blacksmith and his apprentice, ਜੋ ਮਾਸਟਰ ਬਲੈਕਸਮਿਥ ਸੀ ਅਤੇ ਉਸ ਦਾ ਅਪ੍ਰੈਂਟਿਸ ਸੀ, ਉਸ ਦਾ ਸਿਖਾਂਦਰੂ ਸੀ ਜੋ ਕੰਮ ਸਿੱਖਦਾ ਸੀ ਲੜਕਾ ਉੱਥੇ, still sat on their bench, ਹਾਲੇ ਵੀ ਆਪਣੇ ਬੈਂਚ ਉੱਪਰ ਬੈਠੇ ਸਨ। And iron and charcoal still glowed in the furnace, ਅਤੇ ਜੋ ਲੋਹਾ ਸੀ ਅਤੇ ਕੋਇਲਾ ਸੀ ਹਾਲੇ ਵੀ ਉਹ ਕੀ ਹੈ, ਮਗ ਰਿਹਾ ਸੀ, ਹਾਲੇ ਵੀ ਜਲ ਰਿਹਾ ਸੀ ਭੱਠੀ ਦੇ ਵਿੱਚ। ਦਾ ਸਟਰੇਂਜਰ ਹੈਡ, ਜੋ ਸਟਰੇਂਜਰ ਸੀ, ਦਾ ਸਟਰੇਂਜਰ ਹੈਡ ਸਟ੍ਰੈਚਡ ਹਿਮਸੈਲਫ ਆਊਟ ਔਨ ਦਾ ਫਲੋਰ, ਜੋ ਸਟਰੇਂਜਰ ਉੱਥੇ ਆਇਆ ਹੋਇਆ ਸੀ ਉਹ ਕੀ ਹੈ, ਫਰਸ਼ ਦੇ ਉੱਪਰ ਬਿਲਕੁਲ ਲੇਟਿਆ ਹੋਇਆ ਸੀ। ਐਂਡ ਵਿਦ ਅ ਪੀਸ ਆਫ ਪਿਗ ਆਇਰਨ ਅੰਡਰ ਹਿਜ਼ ਹੈਡ, ਅਤੇ ਉਸਨੇ ਕੀ ਹੈ, ਇੱਕ ਪਿਗ ਆਇਰਨ ਦਾ ਟੁਕੜਾ, ਪਿਗ ਆਇਰਨ ਕੀ ਹੈ, ਆਇਰਨ ਦੀ ਇੱਕ ਕਿਸਮ ਹੈ, ਉਸ ਦਾ ਇੱਕ ਟੁਕੜਾ ਆਪਣੇ ਸਿਰ ਦੇ ਥੱਲੇ ਰੱਖਿਆ ਹੋਇਆ ਸੀ, ਜਿਵੇਂ ਆਪਾਂ ਸਰਾਣਾ ਲਾ ਲੈਂਦੇ ਹਾਂ ਕਿਸੇ ਚੀਜ਼ ਦਾ। ਐਂਡ ਹਿਜ਼ ਹੈਟ ਪੁਲਡ ਡਾਊਨ ਓਵਰ ਹਿਜ਼ ਆਈਜ਼, ਅਤੇ ਉਸ ਦਾ ਹੈਟ ਉਸ ਦੀਆਂ ਅੱਖਾਂ ਦੇ ਉੱਪਰ ਸੀ। ਐਜ਼ ਸੂਨ ਐਜ਼ ਦਾ ਯੰਗ ਗਰਲ ਕੌਟ ਸਾਈਟ ਆਫ ਹਿਮ, ਜਿਉਂ ਹੀ ਯੰਗ ਗਰਲ ਨੇ ਉਸ ਨੂੰ ਦੇਖਿਆ, ਸ਼ੀ ਵੈਂਟ ਅਪ ਐਂਡ ਲਿਫਟਡ ਹਿਜ਼ ਹੈਟ, ਉਹ ਉਸ ਕੋਲ ਗਈ ਅਤੇ ਉਸ ਦਾ ਹੈਟ ਉਸ ਦੇ ਚਿਹਰੇ ਤੋਂ ਪਾਸੇ ਕਰ ਦਿੱਤਾ।
ਦ ਮੈਨ ਵਾਜ਼ ਐਵੀਡੈਂਟਲੀ ਯੂਜ਼ਡ ਟੂ ਸਲੀਪਿੰਗ ਵਿਦ ਵਨ ਆਈ ਓਪਨ। ਉਹ ਆਦਮੀ ਜੋ ਸੀ ਅਕਸਰ ਕੀ ਹੈ ਇੱਕ ਅੱਖ ਖੋਲ ਕੇ ਸੌਂਇਆ ਕਰਦਾ ਸੀ। He jumped up abruptly and seemed to be quite frightened. ਉਹ ਇੱਕ ਜੰਪ ਜਿਹਾ ਲੈ ਕੇ ਉੱਠਿਆ ਕਿਉਂਕਿ ਉਹ ਡਰ ਗਿਆ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਪੂਰੀ ਤਰ੍ਹਾਂ ਡਰਿਆ ਹੋਇਆ ਹੈ। My name is Elda Williamson, said the young girl. Young girl ਨੇ ਕੀ ਕਿਹਾ ਕਿ ਮੇਰਾ ਨਾਮ ਐਲਡਾ ਵਿਲੀਅਮਸਨ ਹੈ। My father came home and said that you wanted to sleep here in the fog tonight. ਮੇਰੇ ਪਿਤਾ ਜੀ ਘਰ ਆਏ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਅੱਜ ਰਾਤ ਇੱਥੇ ਹੀ ਭੱਠੀ ਦੇ ਕੋਲ ਹੀ ਸੌਣਾ ਚਾਹੁੰਦੇ ਹੋ। And then I asked permission to came and bring you home to us. ਫਿਰ ਮੈਂ ਉਹਨਾਂ ਤੋਂ ਪਰਮਿਸ਼ਨ ਲਈ ਇੱਥੇ ਤੁਹਾਡੇ ਕੋਲ ਆਉਣ ਦੀ ਅਤੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਣ ਦੀ ਮੈਂ ਉਹਨਾਂ ਤੋਂ ਪਰਮਿਸ਼ਨ ਲਈ। I am so sorry captain that you are having such a hard time. ਮੈਨੂੰ ਬਹੁਤ ਦੁੱਖ ਹੈ ਕੈਪਟਨ ਕਿ ਤੁਸੀਂ ਬੜਾ ਹੀ ਔਖਾ ਟਾਈਮ ਬਤੀਤ ਕਰ ਰਹੇ ਹੋ। ਕਿਉਂਕਿ ਇਸ ਲੜਕੀ ਦੇ ਪਿਤਾ ਨੇ ਘਰ ਜਾ ਕੇ ਦੱਸਿਆ ਸੀ ਨਾ ਕਿ ਉਸ ਆਪਣੇ ਕਾਰਖਾਨੇ ਦੇ ਵਿੱਚ ਭੱਠੀ ਦੇ ਕੋਲ ਇੱਕ ਵਿਅਕਤੀ ਰੁਕਿਆ ਹੋਇਆ ਹੈ। ਉਹ ਕੌਣ ਹੈ? ਇੱਕ ਕੈਪਟਨ ਹੈ ਜੋ ਕਿ ਮੇਰੇ ਨਾਲ ਹੀ ਰੈਜੀਮੈਂਟ ਵਿੱਚ ਸੀ ਅਤੇ ਹੁਣ ਇਹ ਜੋ ਉਸ ਦੀ ਪੁੱਤਰੀ ਐਲਡਾ ਵਿਲੀਅਮਸਨ ਹੈ ਇਹ ਇਸ ਇਨਸਾਨ ਨੂੰ ਇਸ ਵਿਅਕਤੀ ਨੂੰ ਇੱਥੋਂ ਲੈਣ ਆਈ ਹੈ ਆਪਣੇ ਘਰ। ਸ਼ੀ ਲੁਕਡ ਐਟ ਹਿਮ ਕੰਪੈਸ਼ਨੇਟਲੀ। ਉਹ ਲੜਕੀ ਹੈ ਜੋ ਇਸ ਦੇ ਵੱਲ ਬੜਾ ਹੀ ਤਰਸ ਵਾਲੇ ਤਰੀਕੇ ਨਾਲ ਦੇਖਦੀ ਹੈ। ਕੰਪੈਸ਼ਨੇਟਲੀ ਕੀ ਹੁੰਦਾ ਹੈ? ਵਿਦ ਪਿਟੀ with her heavy eyes and then she noticed that the man was afraid. ਅਤੇ ਉਹ ਕੀ ਨੋਟਿਸ ਕਰਦੀ ਹੈ ਕਿ ਇਹ ਆਦਮੀ ਡਰਿਆ ਹੋਇਆ ਹੈ। either he has stolen something or else he has escaped from jail. ਜਾਂ ਤਾਂ ਉਸਨੇ ਕੋਈ ਚੋਰੀ ਕੀਤੀ ਹੈ ਅਤੇ ਜਾਂ ਉਹ ਜੇਲ੍ਹ ਵਿੱਚੋਂ ਬਚ ਕੇ ਭੱਜਿਆ ਹੈ। she thought and added quietly, you may be sure captain that you will be allowed to leave us just as freely as you came. ਸ਼ੋਰ ਹੋ ਜਾਓ ਕੈਪਟਨ, ਪੱਕਾ ਹੋ ਜਾਓ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਘਰ ਆਓਗੇ ਉਸੇ ਤਰ੍ਹਾਂ ਹੀ ਤੁਹਾਨੂੰ ਵਾਪਸ ਜਾਣ ਦੀ ਆਗਿਆ ਵੀ ਹੋਵੇਗੀ। ਓਨਲੀ ਪਲੀਜ਼ ਸਟੇ ਵਿਦ ਅਸ ਓਵਰ ਕ੍ਰਿਸਮਸ ਈਵ। ਪਲੀਜ਼ ਸਾਡੇ ਨਾਲ, ਕਿਰਪਾ ਕਰਕੇ ਸਾਡੇ ਨਾਲ ਕ੍ਰਿਸਮਸ ਦੀ ਸ਼ਾਮ ਤੱਕ ਰੁਕੋ। She said this in such a friendly manner that the rat trap peddler must have felt confidence in her. ਉਸਨੇ ਇਹ ਗੱਲ ਇੰਨੇ ਫਰੈਂਡਲੀ ਮੈਨਰ ਵਿੱਚ ਕਹੀ ਉਸ ਲੜਕੀ ਨੇ ਕਿ ਰੈਟ ਟ੍ਰੈਪ ਪੈਡਲਰ ਨੇ ਜ਼ਰੂਰ ਹੀ ਉਸ ਉੱਤੇ ਵਿਸ਼ਵਾਸ ਕਰ ਲਿਆ ਹੋਵੇਗਾ। It would never have occurred to me that you would bother with me yourself, miss, he said. I will come at once. ਰੈਟ ਟ੍ਰੈਪ ਪੈਡਲਰ ਨੇ ਕੀ ਕਿਹਾ? ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਤੁਸੀਂ ਮੇਰੇ ਨਾਲ ਇੰਨਾ ਬੋਦਰ ਕਰੋਗੇ, ਮੇਰੇ ਪ੍ਰਤੀ ਇੰਨਾ ਟੈਨਸ਼ਨ ਲਓਗੇ। ਅਤੇ ਉਸ ਰੈਟ ਟ੍ਰੈਪ ਪੈਡਲਰ ਨੇ ਕੀ ਕਿਹਾ ਕਿ ਮੈਂ ਤੁਹਾਡੇ ਨਾਲ ਹੁਣੇ ਹੀ ਚੱਲਾਂਗਾ। He accepted the fur coat which the ਵਾਲਟ handed him with a deep bow. ਰੈਟ ਟ੍ਰੈਪ ਪੈਡਲਰ ਨੇ ਉਹ ਫਰ ਕੋਟ ਵੀ ਐਕਸੈਪਟ ਕਰ ਲਿਆ ਜੋ ਕਿ ਨੌਕਰ ਨੇ, ਵਾਲਟ ਕਿਸ ਨੂੰ ਕਹਿੰਦੇ ਹਨ? ਨੌਕਰ ਨੂੰ। ਨੌਕਰ ਨੇ ਉਸ ਨੂੰ ਫੜਾਇਆ, ਬੜੇ ਹੀ ਡੀਪ ਬਾਓ ਕਰਕੇ ਝੁੱਕ ਕੇ ਉਸ ਰੈਟ ਟ੍ਰੈਪ ਪੈਡਲਰ ਨੇ ਉਹ ਫਰ ਕੋਟ ਐਕਸੈਪਟ ਕਰ ਲਿਆ। ਥਰੂ ਇਟ ਓਵਰ ਹਿਜ਼ ਰੇਗਸ, ਆਪਣੇ ਫਟੇ ਪੁਰਾਣੇ ਕੱਪੜਿਆਂ ਉੱਪਰ ਉਸ ਨੂੰ ਪਹਿਨ ਲਿਆ। ਐਂਡ ਫੋਲੋਡ ਦਾ ਯੰਗ ਲੇਡੀ ਆਊਟ ਟੂ ਦਾ ਕੈਰੇਜ, ਅਤੇ ਉਸ ਲੜਕੀ ਦੇ ਪਿੱਛੇ ਪਿੱਛੇ ਚੱਲ ਪਿਆ ਬੱਗੀ ਦੇ ਵੱਲ। without granting the astonished blacksmith so much as a glance. ਅਤੇ ਬਿਨਾਂ ਕੋਈ ਇੱਕ ਨਿਗਾਹ ਵੀ ਉਸ ਵੱਲ ਨਹੀਂ ਮਾਰੀ ਜੋ ਬਲੈਕਸਮਿਥ ਉੱਥੇ ਸੀ, ਮੇਨ ਬਲੈਕਸਮਿਥ ਸੀ ਅਤੇ ਉਸ ਦਾ ਅਪ੍ਰੈਂਟਿਸ ਸੀ, ਉਹਨਾਂ ਵੱਲ ਇੱਕ ਵਾਰ ਵੇਖਿਆ ਵੀ ਨਹੀਂ। ਬਟ ਵਾਈਲ ਹੀ ਵਾਜ਼ ਰੀਡਿੰਗ ਅਪ ਟੂ ਦਾ ਮੈਨਰ ਹਾਊਸ ਹੀ ਹੈਡ ਈਵਲ ਫੋਰਬਿਡਸ। ਪਰ ਜਦੋਂ ਉਹ ਕੀ ਹੈ ਉਸ ਮੈਨਰ ਦੇ ਘਰ, ਉਸ ਭਲੇ ਵਿਅਕਤੀ ਦੇ ਘਰ ਜਾ ਰਿਹਾ ਸੀ, ਉਹ ਉਸ ਦੇ ਮਨ ਵਿੱਚ ਕੀ ਹੈ ਬੜੇ ਹੀ ਬੁਰੇ ਵਿਚਾਰ ਆ ਰਹੇ ਸਨ। ਵਾਈ ਦ ਡੀਵਲ ਡਿਡ ਆਈ ਟੇਕ ਦੈਟ ਫੈਲੋਜ਼ ਮਨੀ। ਉਹ ਕੀ ਸੋਚ ਰਿਹਾ ਸੀ ਕਿ ਮੈਂ ਇਹ ਬੁਰਾ ਕੰਮ ਕਿਉਂ ਕੀਤਾ, ਉਸ ਵਿਅਕਤੀ ਦੇ ਪੈਸੇ ਮੈਂ ਕਿਉਂ ਚੁਰਾਏ। ਹੀ ਥਾਟ, ਇਹ ਗੱਲ ਉਹ ਸੋਚ ਰਿਹਾ ਸੀ। ਨਾਓ ਆਈ ਐਮ ਸਿਟਿੰਗ ਇਨ ਦ ਟ੍ਰੈਪ ਐਂਡ ਆਈ ਵਿਲ ਨੈਵਰ ਗੈਟ ਆਊਟ ਆਫ ਇਟ। ਕੀ ਸੋਚ ਰਿਹਾ ਹੈ ਕਿ ਹੁਣ ਮੈਂ ਇੱਕ ਜਾਲ ਦੇ ਵਿੱਚ ਫਸ ਚੁੱਕਾ ਹਾਂ, ਟ੍ਰੈਪ ਦੇ ਵਿੱਚ ਫਸ ਚੁੱਕਾ ਹਾਂ ਅਤੇ ਇਸ ਵਿੱਚੋਂ ਮੈਂ ਸ਼ਾਇਦ ਹੀ ਬਾਹਰ ਨਿਕਲ ਸਕਾਂਗਾ। ਦ ਨੈਕਸਟ ਡੇ ਵਾਜ਼ ਕ੍ਰਿਸਮਸ ਈਵ। ਅਗਲਾ ਦਿਨ ਕੀ ਸੀ? ਕ੍ਰਿਸਮਸ ਦੀ ਸ਼ਾਮ ਸੀ। ਐਂਡ ਵੈਨ ਦ ਆਇਰਨ ਮਾਸਟਰ ਕੇਮ ਇਨ ਟੂ ਦ ਡਾਈਨਿੰਗ ਰੂਮ ਫॉर breakfast, he probably thought with satisfaction of his old regimental commander who had not run across so unexpectedly. ਜਦ ਅਗਲੀ ਸੁਬਾਹ ਆਇਰਨ ਮਾਸਟਰ ਦ ਨੈਕਸਟ ਡੇ ਵਾਜ਼ ਕ੍ਰਿਸਮਸ ਈਵ, ਅਗਲਾ ਦਿਨ ਕੀ ਸੀ? ਕ੍ਰਿਸਮਸ ਦੀ
ਸ਼ਾਮ ਹੋਣਾ ਸੀ। ਐਂਡ ਵੈਨ ਦਾ ਆਇਰਨ ਮਾਸਟਰ ਕੇਮ ਇਨਟੂ ਦਾ ਡਾਈਨਿੰਗ ਰੂਮ, ਜਦ ਆਇਰਨ ਮਾਸਟਰ ਡਾਈਨਿੰਗ ਰੂਮ ਵਿੱਚ ਆਇਆ ਬ੍ਰੈਕਫਾਸਟ ਦੇ ਲਈ, ਉਸਨੇ ਕੀ ਸੋਚਿਆ, ਬੜੀ ਹੀ ਸੰਤੁਸ਼ਟੀ ਨਾਲ ਸੋਚਿਆ ਕਿ ਜੋ ਉਸਦਾ ਓਲਡ ਰੈਜੀਮੈਂਟਲ ਕਾਮਰੇਡ ਸੀ, whom he had run across so unexpectedly, ਜਿਸ ਨੂੰ ਉਹ ਕੀ ਹੈ ਬੜੇ ਹੀ ਇੱਕ ਅਨਐਕਸਪੈਕਟਡਲੀ, ਜੋ ਸੋਚਿਆ ਹੀ ਨਹੀਂ ਸੀ ਆਇਰਨ ਮਾਸਟਰ ਨੇ, ਇਸ ਤਰ੍ਹਾਂ ਆਪਣੇ ਉਸ ਸਾਥੀ ਨੂੰ ਉਹ ਮਿਲ ਗਿਆ ਸੀ, ਉਸ ਦੇ ਬਾਰੇ ਸੋਚ ਰਿਹਾ ਸੀ। ਫਸਟ ਆਫ ਆਲ ਵੀ ਮਸਟ see to it that he gets a little flesh on his bones। ਆਇਰਨ ਮਾਸਟਰ ਆਪਣੀ ਬੇਟੀ ਨੂੰ ਕੀ ਕਹਿ ਰਿਹਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਇਸ ਦੇ ਹੱਡੀਆਂ ਦੇ ਉੱਪਰ ਕੀ ਹੈ ਮਾਸ ਆ ਜਾਵੇ, ਭਾਵ ਥੋੜਾ ਜਿਹਾ ਤੰਦਰੁਸਤ ਹੋ ਜਾਵੇ, ਕਿਉਂਕਿ ਉਹ ਬੜਾ ਕਮਜ਼ੋਰ ਲੱਗ ਰਿਹਾ ਸੀ। ਹੀ ਸੈਡ ਟੂ ਹਿਸ ਡਾਟਰ ਹੂ ਵਾਜ਼ ਬਿਜ਼ੀ ਐਟ ਦਾ ਟੇਬਲ, ਜੋ ਆਪਣੀ ਲੜਕੀ ਨੂੰ ਇਹ ਗੱਲ ਆਇਰਨ ਮਾਸਟਰ ਨੇ ਕਹੀ, ਜੋ ਕਿ ਟੇਬਲ ਉੱਪਰ ਖਾਣਾ ਵਗੈਰਾ ਲਗਾਉਣ ਦੇ ਵਿੱਚ ਬਿਜ਼ੀ ਸੀ। ਐਂਡ ਦੈਨ ਵੀ ਮਸਟ ਸੀ ਦੈਟ ਹੀ ਗੈਟ ਸਮਥਿੰਗ ਐਲਸ ਟੂ ਡੂ ਦੈਨ ਟੂ ਰਨ ਅਕ੍ਰੋਸ ਦਾ ਕੰਟਰੀ ਸੈਲਿੰਗ ਰੈਟ ਟ੍ਰੈਪਸ। ਅਤੇ ਫਿਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਸ ਨੂੰ ਕੋਈ ਕੰਮ ਮਿਲ ਜਾਵੇ, ਕੋਈ ਕੰਮ ਇਹ ਕਰ ਲਵੇ, ਨਾ ਕਿ ਗਲੀਆਂ ਦੇ ਵਿੱਚ ਇਸ ਤਰ੍ਹਾਂ ਰੈਟ ਟ੍ਰੈਪਸ ਵੇਚਦਾ ਹੋਇਆ ਹੀ ਫਿਰੇ। ਇਟ ਇਜ਼ ਕਿਉਰ, ਇਹ ਕੀ ਹੈ ਬੜਾ ਅਜੀਬ ਸੀ, ਦੈਟ ਥਿੰਗਸ ਹੈਵ ਗੋਨ ਡਾਊਨਹਿਲ ਵਿਦ ਹਿਮ ਐਜ਼ ਬੈਡਲੀ ਐਜ਼ ਦੈਟ ਸੈਡ ਦਾ ਡਾਟਰ। ਇਹ ਬੜਾ ਹੀ ਅਜੀਬ ਗੱਲ ਹੈ, ਉਸ ਲੜਕੀ ਨੇ ਕਿਹਾ ਕਿ ਸਥਿਤੀਆਂ, ਕਿੰਨੀਆਂ ਬੁਰੀਆਂ ਸਥਿਤੀਆਂ ਇਸ ਵਿਅਕਤੀ ਦੇ ਨਾਲ ਹੋਈਆਂ ਹਨ, ਕਿੰਨੀਆਂ ਬੁਰੇ ਸਮੇਂ ਦੇ ਵਿੱਚੋਂ ਇਸ ਨੂੰ ਗੁਜ਼ਰਨਾ ਪਿਆ ਹੈ। Last night I did not think there was anything about him to show that had once been an educated man। ਕੱਲ ਰਾਤ ਜਦ ਮੈਂ ਉਸ ਨੂੰ ਵੇਖਿਆ ਸੀ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਦਿਸਦਾ ਸੀ ਕਿ ਇਹ ਵਿਅਕਤੀ ਕਦੇ ਇੱਕ ਐਜੂਕੇਟਡ ਮੈਨ ਵੀ ਰਿਹਾ ਸੀ, ਪੜ੍ਹਿਆ ਲਿਖਿਆ ਵਿਅਕਤੀ ਵੀ ਸੀ। You must have patience my little girl said the father। ਫਾਦਰ ਨੇ ਕੀ ਕਿਹਾ, ਤੁਸੀਂ ਥੋੜਾ ਜਿਹਾ ਪੇਸ਼ੈਂਸ ਰੱਖੋ, ਥੋੜਾ ਜਿਹਾ ਸਬਰ ਕਰੋ ਮੇਰੀ ਪੁੱਤਰੀ। As soon as he gets clean and dressed up you will see something different। ਜਿਉਂ ਹੀ ਇਹ ਸਾਫ਼ ਹੋ ਜਾਵੇਗਾ ਅਤੇ ਚੰਗੇ ਕੱਪੜੇ ਪਹਿਨ ਲਵੇਗਾ, ਤੁਸੀਂ ਇੱਕ ਡਿਫਰੈਂਟ ਇਨਸਾਨ ਹੀ ਦੇਖੋਗੇ। ਲਾਸਟ ਨਾਈਟ ਹੀ ਵਾਜ਼ ਨੈਚੁਰਲੀ ਐਮਬੈਸਡ। ਕੱਲ ਰਾਤ, ਇਹ ਕੁਦਰਤੀ ਗੱਲ ਹੀ ਹੈ ਕਿ ਕੱਲ ਰਾਤ ਉਹ ਥੋੜਾ ਸ਼ਰਮਾਇਆ ਹੋਇਆ ਸੀ। The tramp manner will fall away from him just with the tramp claws। ਜਿਸ ਤਰ੍ਹਾਂ ਇਸ ਦੇ ਟ੍ਰੈਂਪ ਕਲੌਸ ਰਿਮੂਵ ਹੋ ਗਏ ਇਸ ਦੀ ਬੋਡੀ ਤੋਂ, ਇਸ ਤਰ੍ਹਾਂ ਹੀ ਕੀ ਹੈ ਇਸ ਦੇ ਜੋ ਟ੍ਰੈਂਪ ਮੈਨਰ ਹਨ, ਘੁਮਕੜਾਂ ਵਾਲੇ ਢੰਗ ਤਰੀਕੇ ਹਨ, ਉਹ ਵੀ ਚਲੇ ਜਾਣਗੇ। ਜਸਟ ਐਜ਼ ਹੀ ਸੈਡ ਦਿਸ ਦਾ ਡੋਰ ਓਪਨਡ ਐਂਡ ਦਾ ਸਟ੍ਰੇਂਜਰ ਐਂਟਰਡ। ਜਿਉਂ ਹੀ ਉਸਨੇ ਇਹ ਗੱਲ ਕਹੀ, ਆਇਰਨ ਮਾਸਟਰ ਨੇ ਇਹ ਗੱਲ ਕਹੀ ਹੀ ਸੀ ਕਿ ਦਰਵਾਜ਼ਾ ਖੁੱਲਦਾ ਹੈ ਅਤੇ ਉਹ ਵਿਅਕਤੀ ਸਟ੍ਰੇਂਜਰ ਕੀ ਹੈ ਅੰਦਰ ਆ ਜਾਂਦਾ ਹੈ। ਯੈਸ ਨਾਓ ਹੀ ਵਾਜ਼ ਟਰੂਲੀ ਕਲੀਨ ਐਂਡ ਵੈਲ ਡਰੈਸਡ। ਹੁਣ ਇਹ ਪੂਰੀ ਤਰ੍ਹਾਂ ਸਾਫ਼ ਹੈ ਅਤੇ ਵੈਲ ਡਰੈਸਡ ਹੈ। ਦਾ ਵਾਲਟ ਹੈਡ ਬਾਥਡ ਹਿਮ। ਨੌਕਰ ਨੇ ਇਸ ਨੂੰ ਨਵਾ ਦਿੱਤਾ ਹੈ। ਕੱਟ ਹਿਸ ਹੇਅਰ, ਇਸ ਦੇ ਵਾਲ ਵੀ ਕੱਟ ਦਿੱਤੇ ਹਨ। ਐਂਡ ਸ਼ੇਵਡ ਹਿਮ, ਅਤੇ ਇਸ ਦੀ ਸ਼ੇਵ ਵੀ ਕਰ ਦਿੱਤੀ ਹੈ। ਮੋਰਓਵਰ ਹੀ ਵਾਜ਼ ਡਰੈਸਡ ਇਨ ਅ ਗੁੱਡ ਲੁਕਿੰਗ ਸੂਟ ਆਫ ਕਲੌਥਸ। ਇਸ ਤੋਂ ਇਲਾਵਾ ਇਸ ਦੇ ਬੜੇ ਹੀ ਸੁੰਦਰ ਕੱਪੜੇ ਪਹਿਨੇ ਹੋਏ ਹਨ, ਵਿਚ ਬਿਲੋਂਗ ਟੂ ਦਾ ਆਇਰਨ ਮਾਸਟਰ, ਜੋ ਕੀ ਹੈ ਸੁੰਦਰ ਕੱਪੜੇ ਉਸਨੇ ਪਹਿਨੇ ਹੋਏ ਸਨ ਜੋ ਕਿ ਆਇਰਨ ਮਾਸਟਰ ਦੇ ਹੀ ਸਨ। He wore a white shirt and a stressed collar and horseshoes। ਉਸਨੇ ਇੱਕ ਵਾਈਟ ਸ਼ਰਟ, ਆਕੜੇ ਹੋਏ ਕਾਲਰ, ਇਸ ਤਰ੍ਹਾਂ ਕਾਲਰ ਪਹਿਨੇ ਹੋਏ ਸਨ, ਅਤੇ ਹੋਲ ਸ਼ੂਜ਼ ਕੀ ਹੁੰਦਾ ਹੈ, ਸਹੀ ਸਲਾਮਤ ਉਸਨੇ ਬੂਟ ਪਹਿਨੇ ਹੋਏ ਸਨ। But although his guest was now so well groomed, ਭਾਵੇਂ ਉਸਦਾ ਇਹ ਮਹਿਮਾਨ ਹੈ ਜੋ ਸਟ੍ਰੇਂਜਰ ਹੈ ਪੂਰੀ ਤਰ੍ਹਾਂ ਤਿਆਰ ਹੋਇਆ ਸੀ, ਚੰਗੇ ਕੱਪੜੇ ਪਹਿਨੇ ਹੋਏ ਸੀ, the iron master did not seem pleased। ਪਰ ਆਇਰਨ ਮਾਸਟਰ ਹੁਣ ਵੀ ਕੀ ਹੈ ਖੁਸ਼ ਨਹੀਂ ਲੱਗ ਰਿਹਾ ਸੀ। He looked at him with puckered brow। ਆਇਰਨ ਮਾਸਟਰ ਨੇ ਉਸਦੇ ਵੱਲ with puckered brow ਕੀ ਹੁੰਦਾ, ਜਿਵੇਂ ਆਪਾਂ ਬੜੇ ਹੀ ਧਿਆਨ ਨਾਲ ਅੱਖਾਂ ਖੋਲ ਕੇ ਜੇ ਦੇਖਦੇ ਆ ਨਾ, ਇਸ ਤਰ੍ਹਾਂ ਬੜੀ ਹੈਰਾਨੀ ਜੇ ਨਾਲ ਆਇਰਨ ਮਾਸਟਰ ਨੇ ਉਸ ਵੱਲ ਦੇਖਿਆ। And it was easy to understand that when he had seen the strange fellow in the uncertain reflection from the furnace he might have made a mistake। ਉਸਨੇ ਕੀ ਵੇਖਿਆ ਕਿ ਆਇਰਨ ਮਾਸਟਰ ਨੇ ਹੁਣ ਇਸ ਵਿਅਕਤੀ ਨੂੰ ਪਹਿਚਾਣ ਲਿਆ ਸੀ ਕਿ ਪਹਿਲਾਂ ਜਦ ਉਸਨੇ ਉਸਨੂੰ ਅਨਸਰਟੇਨ ਰਿਫਲੈਕਸ਼ਨ, ਇੱਕ ਬੜੀ ਹੀ ਧੁੰਦਲੀ ਜਿਹੀ ਰੌਸ਼ਨੀ ਵਿੱਚ ਉੱਥੇ ਭੱਠੀ ਦੇ ਕੋਲ ਉਸਨੂੰ ਦੇਖਿਆ ਸੀ, ਸ਼ਾਇਦ ਉਸ ਤੋਂ ਕੋਈ ਗਲਤੀ ਹੋ ਗਈ। ਬਟ ਦੈਟ ਨਾਓ when he stood there in broad daylight it was impossible to mistake him for an old acquaintance।
ਪਰ ਜਦੋਂ ਹੁਣ ਉਹ ਕੀ ਹੈ, ਪੂਰੀ ਬ੍ਰੌਡ ਲਾਈਟ ਦੇ ਵਿੱਚ ਆਇਰਨ ਮਾਸਟਰ ਉਸ ਨੂੰ ਦੇਖ ਰਿਹਾ ਸੀ, ਪੂਰੀ ਰੌਸ਼ਨੀ ਵਿੱਚ ਦੇਖ ਰਿਹਾ ਸੀ, ਅਤੇ ਹੁਣ ਗਲਤੀ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਕਿ ਇਹ ਉਸ ਦੀ ਕੋਈ ਪਹਿਚਾਣ ਵਾਲਾ ਵਿਅਕਤੀ ਨਹੀਂ ਸੀ। ਇਹ ਆਇਰਨ ਮਾਸਟਰ ਨੇ ਹੁਣ ਪਹਿਚਾਣ ਲਿਆ ਸੀ। ਵਾਟ ਡਸ ਦਿਸ ਮੀਨ, ਹੀ ਥੰਡਰ। ਆਇਰਨ ਮਾਸਟਰ ਉਸ ਤੇ ਚਿল্ਲਾਉਂਦਾ ਹੈ ਕਿ ਇਸ ਦਾ ਕੀ ਮਤਲਬ ਹੈ। ਦ ਸਟ੍ਰੇਂਜਰ ਮੇਡ ਨੋ ਅਟੈਂਪਟ ਟੂ ਡਿਸਸਿਮੂਲੇਟ। ਡਿਸਸਿਮੂਲੇਟ ਕੀ ਹੁੰਦਾ, ਆਪਣੇ ਆਪ ਨੂੰ ਕਲੀਅਰ ਕਰਨਾ ਜਾਂ ਉਸ ਨੂੰ ਸ਼ਾਂਤ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ, ਪੈਸੀਫਾਈ ਕਰਨਾ। ਹੀ ਸੌ ਐਟ ਵੰਸ ਦੈਟ ਦ ਸਪਲੈਂਡਰ ਹੈਡ ਕਮ ਟੂ ਐਨ ਐਂਡ। ਹੁਣ ਉਹ ਜੋ ਰੈਟ ਰੈਪ ਪੈਡਲਰ ਸੀ ਉਹ ਸਮਝ ਗਿਆ ਸੀ ਕਿ ਉਸ ਦੀ ਸ਼ਾਨ ਦਾ ਹੁਣ ਅੰਤ ਹੋ ਚੁੱਕਾ ਸੀ। ਇਟ ਇਜ਼ ਨਾਟ ਮਾਈ ਫਾਲਟ ਸਰ, ਹੀ ਸੈਡ। ਇਹ ਮੇਰੀ ਗਲਤੀ ਨਹੀਂ ਹੈ ਸ਼੍ਰੀਮਾਨ ਜੀ। I never pretended to be anything but a poor trader। ਮੈਂ ਕਦੇ ਵੀ ਕੋਈ ਬਹਾਨਾ ਨਹੀਂ ਕੀਤਾ ਸੀ ਜਾਂ ਕੋਈ ਨਾਟਕ ਨਹੀਂ ਕੀਤਾ ਸੀ ਆਪਣੇ ਆਪ ਨੂੰ ਕੋਈ ਹੋਰ ਕੋਈ ਵਿਅਕਤੀ ਸਿੱਧ ਕਰਨ ਦਾ, ਪਰ ਇੱਕ ਗਰੀਬ ਵਪਾਰੀ ਦੇ ਤੌਰ ਤੇ ਹੀ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ। ਐਂਡ ਆਈ ਪਲੀਡਡ ਐਂਡ begged to be allowed to stay in the fog। ਅਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਉੱਥੇ ਭੱਠੀ ਦੇ ਕੋਲ ਹੀ ਰਹਿਣ ਦੀ ਆਗਿਆ ਦੇ ਦਿੱਤੀ ਜਾਵੇ। ਬਟ no harm has been done। ਹਾਲੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। At worst I can put on my rags again and go away। ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ ਹੁਣ ਕਿ ਮੈਂ ਆਪਣੇ ਉਹੀ ਫਟੇ ਪੁਰਾਣੇ ਕੱਪੜੇ ਪਹਿਨਾਂ ਅਤੇ ਚਲਾ ਜਾਵਾਂ। Well said the iron master hesitating a little। ਠੀਕ ਹੈ, ਆਇਰਨ ਮਾਸਟਰ ਨੇ ਕਿਹਾ ਥੋੜਾ ਜਿਹਾ ਹਿਚਕਚਾਉਂਦੇ ਹੋਏ। It was not quite honest either। ਫਿਰ ਵੀ ਇਹ ਕੋਈ ਓਨੈਸਟੀ ਵਾਲੀ ਗੱਲ ਨਹੀਂ ਸੀ ਤੁਹਾਡੀ, ਕੋਈ ਇਮਾਨਦਾਰੀ ਵਾਲੀ ਗੱਲ ਨਹੀਂ ਸੀ ਕਿ ਤੁਸੀਂ ਨਹੀਂ ਦੱਸਿਆ। You must admit that and I should not be surprised if the sheriff would like to have something to say in the matter। ਤਾਂ ਆਇਰਨ ਮਾਸਟਰ ਉਸ ਨੂੰ ਕੀ ਕਹਿੰਦਾ ਹੈ ਕਿ ਤੁਹਾਨੂੰ ਇਹ ਜ਼ਰੂਰ ਐਡਮਿਟ ਕਰ ਲੈਣਾ ਚਾਹੀਦਾ ਸੀ, ਅਤੇ ਮੈਂ ਇਸ ਗੱਲ ਉੱਤੇ ਕੋਈ ਹੈਰਾਨ ਨਹੀਂ ਹੋਵਾਂਗਾ ਕਿ ਸ਼ੈਰਿਫ ਆਵੇ ਅਤੇ ਤੁਹਾਡੇ ਤੋਂ ਇਸ ਵਿਸ਼ੇ ਉੱਤੇ ਕੋਈ ਪੁੱਛਗਿੱਛ ਕਰੇ। ਸ਼ੈਰਿਫ ਕੀ ਹੁੰਦਾ ਹੈ, ਇੱਕ ਆਫੀਸਰ ਨੂੰ ਕਹਿੰਦੇ ਆ, ਜੋ ਕਿ ਪੁਲਿਸ ਆਫੀਸਰ ਨੂੰ ਹੀ ਇੱਕ ਸ਼ੈਰਿਫ ਕਹਿੰਦੇ ਆ। ਦ ਟਰੈਂਪ ਟੁੱਕ ਅ ਸਟੈਪ ਫਾਰਵਰਡ ਐਂਡ ਸਟਕ ਦ ਟੇਬਲ ਵਿਦ ਹਿਜ਼ ਫਿਸਟ। ਉਹ ਟਰੈਂਪ ਥੋੜਾ ਜਿਹਾ ਅੱਗੇ ਵਧਿਆ, ਉਹ ਘਮੱਕੜ ਵਿਅਕਤੀ ਅੱਗੇ ਵਧਿਆ ਅਤੇ ਟੇਬਲ ਉੱਪਰ ਆਪਣੀ ਮੁੱਠੀ ਮਾਰੀ, ਗੁੱਸੇ ਵਿੱਚ ਆਪਣੀ ਮੁੱਠੀ ਮਾਰੀ। ਨਾਓ ਆਈ ਐਮ ਗੋਇੰਗ ਟੂ ਟੈਲ ਯੂ ਮਿਸਟਰ ਆਇਰਨ ਮਾਸਟਰ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਮਿਸਟਰ ਆਇਰਨ ਮਾਸਟਰ, ਹਾਊ ਥਿੰਗਸ ਆਰ, ਹੀ ਸੈਡ। ਉਸਨੇ ਕੀ ਕਿਹਾ ਕਿ ਕਿਸ ਤਰ੍ਹਾਂ ਸਥਿਤੀਆਂ ਹਨ, ਇਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਦ ਹੋਲ ਵਰਲਡ ਇਜ਼ ਨਥਿੰਗ ਬਟ ਅ ਬਿਗ ਰੈਟ ਰੈਪ। ਇਹ ਸਾਰਾ ਸੰਸਾਰ ਹੋਰ ਕੁਝ ਵੀ ਨਹੀਂ ਹੈ, ਬਸ ਇੱਕ ਵੱਡੀ ਰੈਟ ਰੈਪ ਹੀ ਹੈ, ਇੱਕ ਚੂਹੇਦਾਨੀ ਹੀ ਹੈ। All the good things that are offered to you are nothing but cheese, rinds and bits of pork। ਇਹ ਜੋ ਚੰਗੀਆਂ ਚੀਜ਼ਾਂ ਜੋ ਤੁਹਾਨੂੰ ਆਫਰ ਕੀਤੀਆਂ ਜਾਂਦੀਆਂ ਹਨ, ਇਹ ਦੁਨੀਆ ਤੁਹਾਨੂੰ ਆਫਰ ਕਰਦੀ ਹੈ, ਹੋਰ ਕੁਝ ਵੀ ਨਹੀਂ ਹਨ, ਸਿਰਫ ਪਨੀਰ ਦੇ ਟੁਕੜੇ ਹਨ ਜਾਂ ਸੂਰ ਦੇ ਮਾਸ ਦੇ ਟੁਕੜੇ ਹਨ। Set out to drag a poor fellow। ਇਹ ਕਿਸ ਲਈ ਲਗਾਏ ਜਾਂਦੇ ਹਨ? ਇੱਕ ਗਰੀਬ ਵਿਅਕਤੀ ਨੂੰ ਫਸਾਉਣ ਦੇ ਲਈ ਲਗਾਏ ਜਾਂਦੇ ਹਨ, into trouble। And if the sheriff comes now and locks me up for this, then you, Mr. Iron Master। ਹੁਣ ਜੇਕਰ ਇੱਕ ਸ਼ੈਰਿਫ ਆਉਂਦਾ ਹੈ ਅਤੇ ਮੈਨੂੰ ਲੌਕਅਪ ਵਿੱਚ ਬੰਦ ਕਰ ਦਿੰਦਾ ਹੈ, ਤਦ ਤੁਸੀਂ ਮਿਸਟਰ ਆਇਰਨ ਮਾਸਟਰ ਮਸਟ ਰਿਮੈਂਬਰ that a day may come। ਇੱਕ ਦਿਨ ਆਵੇਗਾ when you yourself may want to get a big piece of pork। ਜਿਸ ਦਿਨ ਤੁਸੀਂ ਵੀ ਇੱਕ ਵੱਡਾ ਪੌਕ ਦਾ ਇੱਕ ਟੁਕੜਾ, ਯਾਨੀ ਕਿ ਮਾਸ ਦਾ ਇੱਕ ਟੁਕੜਾ ਤੁਸੀਂ ਵੀ ਪ੍ਰਾਪਤ ਕਰਨਾ ਚਾਹੋਗੇ। ਕਹਿਣ ਦਾ ਮਤਲਬ ਕੀ ਹੈ ਇੱਥੇ ਕਿ ਕਿਸੇ ਦਿਨ ਤੁਸੀਂ ਵੀ ਲਾਲਚ ਵਿੱਚ ਆ ਜਾਓਗੇ। ਐਂਡ ਦੈਨ ਯੂ ਵਿਲ ਗੈਟ ਕੌਟ ਇਨ ਦਾ ਟ੍ਰੈਪ। ਅਤੇ ਫਿਰ ਤੁਸੀਂ ਵੀ ਕਿਸੇ ਨਾ ਕਿਸੇ ਜਾਲ ਵਿੱਚ ਫਸ ਜਾਓਗੇ। ਦ ਆਇਰਨ ਮਾਸਟਰ ਬਿਗੈਨ ਟੂ ਲਾਫ। ਆਇਰਨ ਮਾਸਟਰ ਨੇ ਹੱਸਣਾ ਸ਼ੁਰੂ ਕਰ ਦਿੱਤਾ। ਦੈਟ ਵਾਜ਼ ਨਾਟ ਸੋ ਬੈਡਲੀ ਸੈਡ ਮਾਈ ਗੁੱਡ ਫੈਲੋ। ਕੀ ਕਿਹਾ ਆਇਰਨ ਮਾਸਟਰ ਨੇ? ਇਹ ਕੋਈ ਜ਼ਿਆਦਾ ਬੁਰੀ ਗੱਲ ਤੁਸੀਂ ਨਹੀਂ ਕਹੀ ਮੇਰੇ ਮਿੱਤਰ। ਪਰਹੈਪਸ we should let the sheriff alone in Christmas Eve, on Christmas Eve। ਕੀ ਕਹਿੰਦਾ ਹੈ ਆਇਰਨ ਮਾਸਟਰ? ਕਹਿੰਦਾ ਹੈ ਚਲੋ ਇਸ ਕ੍ਰਿਸਮਸ ਦੀ ਸ਼ਾਮ ਤੇ ਆਪਾਂ ਸ਼ੈਰਿਫ ਨੂੰ ਇਕੱਲਾ ਹੀ ਛੱਡ ਦਿੰਨੇ ਆ। ਇਸ ਤੇ ਮਤਲਬ ਕੀ ਹੈ ਉਸਦਾ ਕਿ ਚਲੋ ਸ਼ੈਰਿਫ ਨੂੰ ਸ਼ਿਕਾਇਤ ਤੁਹਾਡੀ ਮੈਂ ਨਹੀਂ ਕਰਦਾ। ਬਟ ਨਾਓ ਗੈਟ ਆਊਟ ਆਫ ਹੇਅਰ ਐਜ਼ ਫਾਸਟ ਐਜ਼ ਯੂ ਕੈਨ। ਪਰ ਤੁਸੀਂ ਇੱਥੋਂ ਚਲੇ ਜਾਓ ਜਿੰਨਾ ਜਲਦੀ ਵੀ ਜਾ ਸਕਦੇ ਹੋ। But just as the man was opening the door, the daughter said, I think he ought to stay with us today। ਪਰ ਜਿਉਂ ਹੀ ਉਸ ਆਦਮੀ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਅੱਗੇ ਵਧਿਆ, ਤਾਂ
ਉਸ ਆਇਰਨ ਮਾਸਟਰ ਦੀ ਡਾਟਰ ਨੇ ਕੀ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਸ ਨੂੰ ਅੱਜ ਸਾਡੇ ਨਾਲ ਹੀ ਰੁਕਣਾ ਚਾਹੀਦਾ ਹੈ। ਆਈ ਡੋਂਟ ਵਾਂਟ ਹਿਮ ਟੂ ਗੋ, ਮੈਂ ਨਹੀਂ ਚਾਹੁੰਦੀ ਕਿ ਇਹ ਚਲਾ ਜਾਵੇ। ਐਂਡ ਵਿਦ ਦੈਟ ਸ਼ੀ ਵੈਂਟ ਐਂਡ ਕਲੋਜ਼ ਦਾ ਡੋਰ। ਇਹ ਗੱਲ ਕਹਿ ਕੇ ਉਹ ਲੜਕੀ ਅੱਗੇ ਵਧੀ ਅਤੇ ਦਰਵਾਜ਼ੇ ਨੂੰ ਉਸਨੇ ਬੰਦ ਕਰ ਦਿੱਤਾ। ਵਟ ਇਜ਼ ਦਾ ਵਰਡ ਆਰ ਯੂ ਡੂਇੰਗ ਸੈਡ ਦਾ ਫਾਦਰ। ਇਹ ਤੁਸੀਂ ਕੀ ਕਰਨ ਜਾ ਰਹੇ ਹੋ? ਪਿਤਾ ਨੇ ਉਸ ਆਪਣੀ ਪੁੱਤਰੀ ਨੂੰ ਕਿਹਾ ਕਿ ਕੀ ਕਰਨ ਜਾ ਰਹੇ ਹੋ? The daughter stood there quite embarrassed and hardly knew what to answer. ਉਹ ਲੜਕੀ ਕੀ ਹੈ, ਪੂਰੀ ਤਰ੍ਹਾਂ ਸ਼ਰਮਾਈ ਹੋਈ ਖੜੀ ਸੀ ਅਤੇ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਆਨਸਰ ਦੇਵੇ। That morning she had felt so happy when she thought how home-like and Christmassy she was going to make things for the poor hungry wretch. ਉਸ ਸਵੇਰ ਉਹ ਕੀ ਹੈ, ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਉਹ ਇੱਕ ਬੜਾ ਹੀ ਇੱਕ ਕ੍ਰਿਸਮਸੀ ਮਾਹੌਲ ਉਸਦੇ ਮਨ ਵਿੱਚ ਸੀ ਕਿ ਉਹ ਇੱਕ ਗਰੀਬ ਵਿਅਕਤੀ ਦੇ ਲਈ, ਇੱਕ ਭੁੱਖੇ ਵਿਅਕਤੀ ਦੇ ਲਈ, ਭੁੱਖੇ ਅਵਾਰਾ ਵਿਅਕਤੀ ਦੇ ਲਈ ਕੀ ਹੈ, ਉਹ ਖਾਣਾ ਤਿਆਰ ਕਰ ਰਹੀ ਸੀ। She could not get away from the idea all at once. ਉਹ ਉਸ ਵਿਚਾਰ ਵਿੱਚੋਂ ਕਿ ਇੱਕ ਗਰੀਬ ਵਿਅਕਤੀ ਦੇ ਲਈ ਉਹ ਖਾਣਾ ਤਿਆਰ ਕਰ ਰਹੀ ਸੀ, ਕ੍ਰਿਸਮਸ ਵਾਲਾ ਮਾਹੌਲ ਸੀ ਘਰ ਵਿੱਚ, ਉਸ ਵਿਚਾਰ ਤੋਂ ਉਹ ਬਾਹਰ ਹੀ ਨਹੀਂ ਨਿਕਲ ਪਾ ਰਹੀ ਸੀ। And that was why she had interceded for the vagabond. ਅਤੇ ਇਹੀ ਕਾਰਨ ਸੀ ਕਿ ਉਸਨੇ ਉਸ ਘੁਮੱਕੜ ਦੇ ਲਈ ਪੈਰਵਾਈ ਕੀਤੀ ਸੀ। I am thinking of this stranger here. ਮੈਂ ਕੀ ਸੋਚ ਰਹੀ ਹਾਂ ਕਿ ਇਹ ਜੋ ਸਟ੍ਰੇਂਜਰ ਹੈ ਇੱਥੇ, said the young girl, ਮੈਂ ਇਸ ਸਟ੍ਰੇਂਜਰ ਬਾਰੇ ਕੀ ਹੈ ਸੋਚ ਰਹੀ ਹਾਂ। He walks and walks the whole year long. ਇਹ ਕੀ ਹੈ, ਸਾਰਾ ਸਾਲ ਘੁੰਮਦਾ ਰਹਿੰਦਾ ਹੈ। And there is probably not a single place in the world, in the whole country where he is welcome. ਅਤੇ ਸ਼ਾਇਦ ਪੂਰੇ ਸੰਸਾਰ ਵਿੱਚ ਇੱਕ ਸਿੰਗਲ ਪਲੇਸ ਵੀ ਨਹੀਂ ਹੋਣੀ ਜਿੱਥੇ ਇਸ ਦਾ ਸਵਾਗਤ ਕੀਤਾ ਜਾਂਦਾ ਹੋਵੇ। ਐਂਡ ਕੈਨ ਫੀਲ ਐਟ ਹੋਮ, ਅਤੇ ਜਿੱਥੇ ਇਹ ਕੀ ਹੈ, ਘਰ ਵਾਂਗ ਹੀ ਮਹਿਸੂਸ ਕਰ ਸਕਦਾ ਹੋਵੇ। ਵੇਅਰ ਐਵਰ ਹੀ ਟਰਨਸ ਹੀ ਇਜ਼ ਚੇਜ਼ਡ ਅਵੇ, ਜਿੱਥੇ ਕਿਤੇ ਵੀ ਇਹ ਜਾਂਦਾ ਹੈ ਇਸ ਦਾ ਪਿੱਛਾ ਕੀਤਾ ਜਾਂਦਾ ਹੈ। ਆਲਵੇਜ਼ ਹੀ ਇਜ਼ ਅਫਰੇਡ ਆਫ ਬੀਇੰਗ ਅਰੈਸਟਡ ਐਂਡ ਕ੍ਰਾਸ ਐਗਜ਼ਾਮਿਨਡ, ਜਿੱਥੇ ਕਿਤੇ ਵੀ ਜਾਂਦਾ ਹੈ ਇਸ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਇਸ ਦਾ ਪਿੱਛਾ ਨਾ ਕਰੇ ਕੋਈ ਅਤੇ ਇਸ ਤੋਂ ਕੁਐਸਚਨ ਨਾ ਪੁੱਛੇ। ਆਈ ਸ਼ੁੱਡ ਲਾਈਕ ਟੂ ਹੈਵ ਹਿਮ ਐਂਜੋਏ ਅ ਡੇ ਆਫ ਪੀਸ ਵਿਦ ਅਸ ਹੇਅਰ, ਮੈਂ ਚਾਹਾਂਗੀ ਕਿ ਇੱਕ ਦਿਨ ਉਹ ਸਾਡੇ ਨਾਲ ਸ਼ਾਂਤੀ ਵਾਲਾ, ਖੁਸ਼ੀ ਵਾਲਾ ਇੱਕ ਦਿਨ ਸਾਡੇ ਨਾਲ ਬਿਤਾਵੇ। ਜਸਟ ਵਨ ਇਨ ਦਾ ਹੋਲ ਈਅਰ, ਪੂਰੇ ਸਾਲ ਵਿੱਚ ਚਲੋ ਇੱਕ ਸਾਲ ਤਾਂ ਇਹ ਇੱਕ ਖੁਸ਼ੀ ਵਾਲਾ ਬਿਤਾਵੇ। ਦਾ ਆਇਰਨ ਮਾਸਟਰ ਮੰਬਲਡ ਸਮਥਿੰਗ ਇਨ ਹਿਜ਼ ਬੀਡ, ਆਇਰਨ ਮਾਸਟਰ ਨੇ ਆਪਣੀ ਦਾੜੀ ਵਿੱਚ ਹੀ ਕੁਝ ਬੁੜਬੜਾਇਆ, ਆਇਰਨ ਮਾਸਟਰ ਮੂੰਹ ਦੇ ਵਿੱਚ ਹੀ ਕੁਝ ਬੁੜਬੜਾਇਆ। ਹੀ ਕੁਡ ਨਾਟ ਬ੍ਰਿੰਗ ਹਿਮਸੈਲਫ ਟੂ ਅਪੋਜ਼ ਹਰ, ਉਹ ਕੀ ਹੈ, ਆਪਣੀ ਪੁੱਤਰੀ ਨੂੰ ਇਨਕਾਰ ਨਾ ਕਰ ਸਕਿਆ। ਇਟ ਵਾਜ਼ ਆਲ ਏ ਮਿਸਟੇਕ ਆਫ ਕੋਰਸ ਹੀ ਕੰਟੀਨਿਊਡ, ਅਤੇ ਉਹ ਲੜਕੀ ਕੀ ਹੈ, ਲਗਾਤਾਰ ਬੋਲਦੀ ਰਹੀ, ਚਲੋ ਇਹ ਇੱਕ ਗਲਤੀ ਹੀ ਸੀ ਨਾ। ਬਟ ਐਨੀ ਵੇ ਆਈ ਡੋਂਟ ਥਿੰਕ ਵੀ ought to chase away a human being whom we had asked to come here, ਅਤੇ ਮੈਂ ਇਹ ਨਹੀਂ ਚਾਹੁੰਦੀ ਕਿ ਮੈਂ ਇਸ ਤਰ੍ਹਾਂ ਨਹੀਂ ਸੋਚਦੀ ਕਿ ਸਾਨੂੰ ਇੱਕ ਵਿਅਕਤੀ ਨੂੰ ਘਰੋਂ ਕੱਢ ਦੇਣਾ ਚਾਹੀਦਾ ਹੈ ਜਿਸ ਨੂੰ ਕੀ ਹੈ ਅਸੀਂ ਆਪ ਕਿਹਾ ਸੀ ਐਂਡ ਇੱਥੇ ਆਉਣ ਦੇ ਲਈ ਕਿਹਾ ਸੀ, ਐਂਡ ਟੂ whom we have promised Christmas cheer, ਅਤੇ ਜਿਸ ਨੂੰ ਕੀ ਹੈ ਅਸੀਂ ਕ੍ਰਿਸਮਸ ਦੀਆਂ ਖੁਸ਼ੀਆਂ ਦਾ ਵਾਅਦਾ ਕੀਤਾ ਸੀ। You do preach worse than a parson, said the iron master. ਆਇਰਨ ਮਾਸਟਰ ਕੀ ਕਹਿੰਦਾ ਹੈ, ਤੂੰ ਤਾਂ ਇੱਕ ਪਾਦਰੀ ਦੇ ਨਾਲੋਂ ਵੀ ਭੈੜਾ ਉਪਦੇਸ਼ ਦਿੰਦੀ ਹੈ। I only hope you would not have to regret this. ਮੈਂ ਬਸ ਇਹੀ ਆਸ ਕਰਦਾ ਹਾਂ ਕਿ ਤੈਨੂੰ ਇਸ ਫੈਸਲੇ ਦੇ ਲਈ ਪਛਤਾਉਣਾ ਨਾ ਪਵੇ। The young girl took the stranger by the hand and led him up to the table. Young girl ਨੇ ਉਸ ਸਟ੍ਰੇਂਜਰ ਨੂੰ ਬਾਂਹ ਤੋਂ ਫੜਿਆ ਅਤੇ ਟੇਬਲ ਤੱਕ ਲੈ ਗਈ, ਉਸ ਖਾਣੇ ਦੇ ਟੇਬਲ ਤੇ ਬਿਠਾ ਦਿੱਤਾ। Now sit down and eat, she said, for she could see that her father had given in. ਉਸਨੇ ਕੀ ਕਿਹਾ ਉਸ ਵਿਅਕਤੀ ਨੂੰ, ਹੁਣ ਇੱਥੇ ਬੈਠੋ ਅਤੇ ਖਾਓ, ਕਿਉਂਕਿ ਉਹ ਸਮਝ ਗਈ ਸੀ ਕਿ ਉਸਦੇ ਪਿਤਾ ਨੇ ਹਾਂ ਕਰ ਦਿੱਤੀ ਸੀ। The man with the rat trap said not a word. ਉਸ ਰੈਟ ਰੈਪ ਵਾਲੇ ਆਦਮੀ ਨੇ ਇੱਕ ਵੀ ਸ਼ਬਦ ਨਾ ਕਿਹਾ। He only sat down and helped himself to the food. ਉਸਨੇ ਕੀ ਹੈ, ਸਿਰਫ ਉਹ ਬੈਠਾ ਅਤੇ ਖਾਣਾ ਖਾਣਾ ਉਸਨੇ ਸਟਾਰਟ ਕਰ ਦਿੱਤਾ। That time after time ਕੀ ਹੁੰਦਾ, ਵਾਰ he looked at the young girl, ਉਹ ਉਸ young girl ਦੇ ਵੱਲ ਦੇਖ ਰਿਹਾ ਸੀ।
who had interceded for him, ਜਿਸਨੇ ਉਸ ਦੇ ਲਈ ਪੈਰਵਾਈ ਕੀਤੀ ਸੀ, ਉਸ ਦੇ ਹੱਕ ਵਿੱਚ ਬੋਲੀ ਸੀ। why had she done it, ਉਹ ਸੋਚ ਰਿਹਾ ਸੀ ਕਿ ਉਸਨੇ ਇਸ ਤਰ੍ਹਾਂ ਕਿਉਂ ਕੀਤਾ। what could the crazy idea be, ਇਹ ਕੀ ਪਾਗਲਪਨ ਵਾਲਾ ਵਿਚਾਰ ਉਸਦਾ ਕੀ ਹੋ ਸਕਦਾ ਹੈ। after that Christmas Eve at Ramsjo passed just as it always had, ਉਸ ਤੋਂ ਬਾਅਦ ਕੀ ਹੈ, ਰਾਮਸਜੋ ਦੇ ਵਿੱਚ ਉਹ ਕ੍ਰਿਸਮਸ ਦੀ ਸ਼ਾਮ ਬੀਤ ਗਈ ਜਿਸ ਤਰ੍ਹਾਂ ਅਕਸਰ ਬੀਤ ਜਾਇਆ ਕਰਦੀ ਸੀ। The stranger did not cause any trouble, ਉਹ ਸਟ੍ਰੇਂਜਰ ਉਹਨਾਂ ਦੇ ਲਈ ਕਿਸੇ ਵੀ ਮੁਸੀਬਤ ਦਾ ਕਾਰਨ ਨਾ ਬਣਿਆ। because he did nothing but sleep, ਕਿਉਂਕਿ ਉਸਨੇ ਕੁਝ ਵੀ ਨਹੀਂ ਕੀਤਾ ਸੀ ਅਤੇ ਸੁੱਤਾ ਹੀ ਰਿਹਾ ਸੀ। ਹੁਣ ਇਹ ਵੇਖੋ, ਇਹ ਜੋ ਸਟ੍ਰੇਂਜਰ ਹੈ ਕ੍ਰਿਸਮਸ ਦੀ ਸ਼ਾਮ, ਇੱਕ ਦਿਨ ਕ੍ਰਿਸਮਸ ਤੋਂ ਪਹਿਲਾਂ ਹੀ ਇਹਨਾਂ ਦੇ ਘਰ ਆ ਗਿਆ ਸੀ ਅਤੇ ਕ੍ਰਿਸਮਸ ਵਾਲੇ ਦਿਨ ਦਾ ਇੱਥੇ ਸਾਰਾ ਡਿਟੇਲ ਦੱਸ ਰਹੇ ਹਨ ਕਿ ਉਸਨੇ ਕੀ ਕੀ ਕੀਤਾ। ਉਹ ਸਟ੍ਰੇਂਜਰ ਕੀ ਹੈ, ਕ੍ਰਿਸਮਸ ਵਾਲੇ ਦਿਨ ਸਵੇਰ ਤੋਂ ਲੈ ਕੇ ਕੀ ਹੈ, ਉਹ ਸੁੱਤਾ ਹੀ ਰਿਹਾ। did nothing but sleep the whole forenoon, ਦੁਪਹਿਰ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਵੀ ਉਹ ਸੁੱਤਾ ਰਿਹਾ। he lay on the sofa in one of the guest rooms, ਗੈਸਟ ਰੂਮਸ ਦੇ ਵਿੱਚ, ਇੱਕ ਗੈਸਟ ਰੂਮ ਦੇ ਵਿੱਚ ਉਹ ਇੱਕ ਸੋਫੇ ਉੱਤੇ ਲੇਟਿਆ ਰਿਹਾ। and slept at one stretch, at one stretch ਕੀ ਹੁੰਦਾ, ਲਗਾਤਾਰ, ਕੰਟੀਨਿਊਸਲੀ, ਅਤੇ ਕੰਟੀਨਿਊਸਲੀ ਕੀ ਆ, ਉਹ ਸੌਂਦਾ ਰਿਹਾ। at noon they woke him up so that he could have his share of the good Christmas fare, ਦੁਪਹਿਰ ਸਮੇਂ ਉਹਨਾਂ ਨੇ ਕੀ ਹੈ, ਇਸ ਨੂੰ ਉਠਾਇਆ ਤਾਂ ਕਿ ਉਹ ਕ੍ਰਿਸਮਸ ਦੇ ਹਿੱਸੇ ਵਿੱਚੋਂ, ਕ੍ਰਿਸਮਸ ਦੇ ਭੋਜਨ ਵਿੱਚੋਂ ਆਪਣਾ ਹਿੱਸਾ ਲੈ ਸਕੇ। but after that he slept again, ਪਰ ਉਸ ਤੋਂ ਬਾਅਦ ਵੀ ਉਹ ਸੌਂ ਗਿਆ। it seemed as though for many years he had not been able to sleep as quietly and safely as here at Ramsjo, ਇਸ ਤਰ੍ਹਾਂ ਲੱਗਦਾ ਸੀ ਕਿ ਉਹ ਇੰਨਾ ਆਰਾਮ ਨਾਲ, ਇੰਨਾ ਸੇਫਲੀ, ਇੰਨਾ ਸ਼ਾਂਤੀ ਨਾਲ ਸ਼ਾਇਦ ਕਦੇ ਵੀ ਨਹੀਂ ਸੁੱਤਾ ਸੀ ਜਿੰਨਾ ਕਿ ਹੁਣ ਉਹ ਰਾਮਸਜੋ ਦੇ ਵਿੱਚ ਸੌਂ ਰਿਹਾ ਸੀ। in the evening when the Christmas tree was lighted, ਸ਼ਾਮ ਨੂੰ ਜਦ ਕ੍ਰਿਸਮਸ ਦਾ ਦਰਖਤ ਲਾਈਟ ਅਪ ਕੀਤਾ ਗਿਆ, ਰੋਸ਼ਨੀ ਉਸ ਤੇ ਕੀਤੀ ਗਈ, ਲੜੀਆਂ ਵਗੈਰਾ ਲਗਾਈਆਂ ਗਈਆਂ ਕ੍ਰਿਸਮਸ ਦੇ ਟਰੀ ਉੱਪਰ, ਜਿਸ ਤਰ੍ਹਾਂ ਉਹ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹਨ। they woke him up again, ਉਹਨਾਂ ਨੇ ਉਸਨੂੰ ਦੁਬਾਰਾ ਜਗਾਇਆ। and he stood for a while in the drawing room, ਅਤੇ ਉਹ ਕੁਝ ਸਮੇਂ ਦੇ ਲਈ ਡਰਾਇੰਗ ਰੂਮ ਦੇ ਵਿੱਚ ਰੁਕਿਆ। blinking as though the candle light hurt him, ਆਪਣੀਆਂ ਅੱਖਾਂ ਝਪਕ ਰਿਹਾ ਸੀ ਜਿਵੇਂ ਕਿ ਕੈਂਡਲ ਲਾਈਟਸ ਕੀ ਆ, ਉਸਨੂੰ ਹਰਟ ਕਰ ਰਹੀ ਹੋਵੇ। but after that he disappeared again, ਪਰ ਉਸ ਤੋਂ ਬਾਅਦ ਉਹ ਦੁਬਾਰਾ ਉੱਥੋਂ ਅਲੋਪ ਹੋ ਗਿਆ। 2 hours later he was aroused once more, 2 ਘੰਟਿਆਂ ਬਾਅਦ ਉਸਨੂੰ ਦੁਬਾਰਾ ਜਗਾਇਆ ਗਿਆ। he then had to go down into the dining room and eat the Christmas fish and porridge, ਉਸ ਤੋਂ ਬਾਅਦ ਕੀ ਹੈ, ਇਸ ਨੂੰ ਡਾਈਨਿੰਗ ਰੂਮ ਦੇ ਵਿੱਚ ਆਉਣਾ ਪਿਆ। ਜਦ ਹੁਣ ਇਸ ਨੂੰ ਉਠਾਇਆ 2 ਘੰਟਿਆਂ ਬਾਅਦ, ਤਾਂ ਡਾਈਨਿੰਗ ਰੂਮ ਦੇ ਵਿੱਚ ਇਸ ਨੂੰ ਆਉਣਾ ਪਿਆ ਤੇ ਆਪਣੇ ਕ੍ਰਿਸਮਸ ਦਾ ਖਾਣਾ ਜੋ ਪੋਰੇਜ ਸੀ, ਦਲੀਆ ਸੀ ਅਤੇ ਫਿਸ਼ ਸੀ, ਇਹ ਇਸ ਨੂੰ ਖਾਣਾ ਪਿਆ। as soon as they got up from the table he went around to each one present and said thank you and good night, ਜਿਉਂ ਹੀ ਉਹ ਟੇਬਲ ਤੋਂ ਉੱਠਿਆ, ਉਹ ਹਰ ਕੋਲੇ ਜੋ ਵੀ ਉੱਥੇ ਮੌਜੂਦ ਸਨ ਲੋਕ, ਉਹਨਾਂ ਦੇ ਕੋਲ ਗਿਆ, ਹਰ ਇੱਕ ਨੂੰ ਉਸਨੇ ਗੁੱਡ ਨਾਈਟ ਅਤੇ ਥੈਂਕ ਯੂ ਕਿਹਾ। but when he came to the young girl she gave him to understand that it was her father's intention that the suit which he wore was to be a Christmas present, ਜਦ ਉਹ ਉਸ ਲੜਕੀ ਦੇ ਕੋਲ ਗਿਆ ਤਾਂ ਉਸ ਲੜਕੀ ਨੇ ਇਸ ਨੂੰ ਕੀ ਕਿਹਾ ਕਿ ਜੋ ਸੂਟ ਉਸਨੇ ਪਹਿਨਿਆ ਹੋਇਆ ਹੈ, ਮੇਰੇ ਪਿਤਾ ਜੀ ਦਾ ਇਹ ਇਰਾਦਾ ਹੈ ਕਿ ਇਹ ਤੁਹਾਡੇ ਲਈ ਕ੍ਰਿਸਮਸ ਦਾ ਪ੍ਰੈਜ਼ੈਂਟ ਹੈ। he did not have to return it, ਉਸਨੂੰ ਇਹ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੈ। and if he wanted to spend next Christmas Eve in the place where he could rest in peace, ਅਤੇ ਜੇਕਰ ਉਹ ਅਗਲੀ ਕ੍ਰਿਸਮਸ ਦੀ ਸ਼ਾਮ ਵੀ ਬਿਤਾਉਣੀ ਚਾਹਵੇ ਇਸ ਜਗ੍ਹਾ ਉੱਤੇ ਜਿੱਥੇ ਉਹ ਆਰਾਮ ਨਾਲ ਰਹਿ ਸਕਦਾ ਸੀ, and be sure that no evil would befall him, ਅਤੇ ਉਹ ਪੱਕਾ ਹੋ ਜਾਵੇ ਕਿ ਇੱਥੇ ਉਸ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ, he would be welcome back again, ਉਹ ਅਗਲੇ ਸਾਲ ਵੀ ਇੱਥੇ ਉਸ ਦਾ ਸਵਾਗਤ ਕੀਤਾ ਜਾਵੇਗਾ ਜੇਕਰ ਅਗਲੇ ਸਾਲ ਵੀ ਉਹ ਸਾਡੇ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਉਣਾ ਚਾਹੇ। The man with the rat trap did not answer anything to this, ਜੋ ਰੈਟ ਰੈਪ ਵਾਲਾ ਵਿਅਕਤੀ ਸੀ ਉਸਨੇ ਇਸ ਗੱਲ ਦਾ ਕੋਈ ਵੀ ਆਨਸਰ ਨਾ ਦਿੱਤਾ। he only stared at the young girl in boundless amazement, ਉਹ ਕੀ ਹੈ, ਉਸ ਯੰਗ ਗਰਲ ਦੇ ਵੱਲ ਪੂਰੀ ਤਰ੍ਹਾਂ ਹੈਰਾਨ ਹੋਇਆ ਵੇਖਦਾ ਰਿਹਾ। the next morning the iron master and his daughter got up in good season to go to the early Christmas service,
ਅਗਲੀ ਸਵੇਰ ਕ੍ਰਿਸਮਸ ਤੋਂ ਅਗਲਾ ਦਿਨ ਆਇਰਨ ਮਾਸਟਰ ਤੇ ਉਸਦੀ ਡਾਟਰ ਕੀ ਹੈ ਬੜੇ ਤਰੋ-ਤਾਜ਼ਾ ਅਗਲੇ ਦਿਨ ਉੱਠੇ ਅਤੇ ਕਿੱਥੇ ਜਾਣ ਦੇ ਲਈ ਕ੍ਰਿਸਮਸ ਸਰਵਿਸ ਦੇ ਲਈ ਕ੍ਰਿਸਮਸ ਦੀ ਪ੍ਰਾਰਥਨਾ ਦੇ ਲਈ ਜਾਣ ਦੇ ਲਈ ਉੱਠੇ। ਦੇਅਰ ਗੈਸਟ ਵਾਸ ਸਟਿਲ ਅਸਲੀਪ, ਉਹਨਾਂ ਦਾ ਮਹਿਮਾਨ ਹਾਲੇ ਵੀ ਸੌਂ ਰਿਹਾ ਸੀ। ਐਂਡ ਦੇ ਡਿਡ ਨਾਟ ਡਿਸਟਰਬ ਹਿਮ, ਅਤੇ ਇਹਨਾਂ ਨੇ ਉਸ ਨੂੰ ਡਿਸਟਰਬ ਨਾ ਕੀਤਾ। ਵੈਨ ਐਟ ਅਬਾਊਟ 10 o'clock ਦੇ ਡਰੋਪ ਬੈਕ ਫਰੋਮ ਦਾ ਚਰਚ, ਜਦ ਲਗਭਗ 10 ਕੁ ਵਜੇ ਉਹ ਵਾਪਸ ਆਏ ਚਰਚ ਤੋਂ, ਦਾ ਯੰਗ ਗਰਲ ਸੈਟ ਐਂਡ ਹੰਗ ਹਰ ਹੈਡ ਈਵਨ ਮੋਰ ਡਿਟੈਚਲੀ ਦੈਨ ਯੂਜ਼ਲ। ਹੁਣ ਜਦ ਉਹ 10 ਕੁ ਵਜੇ ਉਹ ਦੁਬਾਰਾ ਚਰਚ ਦੇ ਵਿੱਚੋਂ ਵਾਪਸ ਆਏ ਤਾਂ ਯੰਗ ਗਰਲ ਕੀ ਹੈ ਆਪਣੇ ਹੱਥਾਂ ਦੇ ਵਿੱਚ ਆਪਣੇ ਸਿਰ ਨੂੰ ਫੜ ਕੇ ਲਟਕਾਏ ਹੋਏ ਸਿਰ ਨੂੰ ਕੀ ਹੈ ਬੜੇ ਹੀ ਦੁਖੀ ਢੰਗ ਨਾਲ ਬੈਠ ਜਾਂਦੀ ਹੈ, ਜਿਵੇਂ ਅਕਸਰ ਉਹ ਕਦੇ ਹੋਇਆ ਕਰਦੀ ਸੀ, ਉਸ ਤੋਂ ਜ਼ਿਆਦਾ ਅੱਜ ਉਹ ਦੁਖੀ ਸੀ। ਐਟ ਚਰਚ she had learned that one of the old crofters of the ironworks had been robbed by a man who went round selling rat traps। ਚਰਚ ਵਿੱਚ ਇਸਨੇ ਕੀ ਸੁਣਿਆ ਸੀ ਕਿ ਇੱਕ ਇਹਨਾਂ ਦੀ ਆਇਰਨ ਵਰਕਸ ਦਾ ਇੱਕ ਪੁਰਾਣਾ ਕ੍ਰਾਫਟਰ ਉਹ ਉਸਨੂੰ ਕਿਸੇ ਨੇ ਲੁੱਟ ਲਿਆ ਸੀ, ਜੋ ਕੀ ਹੈ ਜੋ ਵਿਅਕਤੀ ਘੁੰਮ ਫਿਰ ਕੇ ਕੀ ਹੈ ਰੈਟ ਰੈਪਸ ਵੇਚ ਰਿਹਾ ਸੀ, ਕਿਸੇ ਇਹੋ ਜਿਹੇ ਵਿਅਕਤੀ ਨੇ ਉਸਨੂੰ ਲੁੱਟ ਲਿਆ ਸੀ ਉਹਨਾਂ ਦੀ ਮਿਲ ਦੇ ਕਿਸੇ ਪੁਰਾਣੇ ਕ੍ਰਾਫਟਰ ਨੂੰ। ਇਸ ਲਈ ਇਹ ਲੜਕੀ ਕੀ ਹੈ ਉਦਾਸ ਸੀ, ਕਿਉਂਕਿ ਇਸ ਦੇ ਮਨ ਵਿੱਚ ਉਹ ਗੱਲ ਆ ਗਈ ਸੀ ਕਿ ਜਿਸ ਰੈਟ ਰੈਪ ਨੂੰ ਮੈਂ ਇੱਥੇ ਰੱਖਿਆ ਹੋਇਆ ਹੈ, ਰੈਟ ਰੈਪ ਸੈਲਰ ਨੂੰ ਮੈਂ ਆਪਣੇ ਘਰ ਰੱਖਿਆ ਹੋਇਆ ਹੈ, ਸ਼ਾਇਦ ਇਸਨੇ ਹੀ ਉਸ ਕ੍ਰਾਫਟਰ ਨੂੰ ਲੁੱਟਿਆ ਹੋਵੇਗਾ। ਇਸ ਗੱਲ ਕਰਕੇ ਕੀ ਹੈ ਉਸ ਦੇ ਮਨ ਵਿੱਚ ਉਦਾਸੀ ਸੀ। Yes, that was a fine fellow you let into the house, said her father। ਉਸਦੇ ਪਿਤਾ ਨੇ ਕੀ ਕਿਹਾ, ਹਾਂ ਇਹ ਉਹੀ ਵਿਅਕਤੀ ਹੈ ਜਿਸ ਨੂੰ ਤੂੰ ਆਪਣੇ ਘਰ ਵਿੱਚ ਆਉਣ ਦੇ ਲਈ ਇਜਾਜ਼ਤ ਦੇ ਦਿੱਤੀ ਸੀ। I only wonder how many silver spoons are left in the cupboard by this time। ਮੈਂ ਤਾਂ ਇਸ ਗੱਲ ਉੱਤੇ ਹੈਰਾਨ ਹਾਂ ਕਿ ਕਿੰਨੇ ਕੁ ਚਾਂਦੀ ਦੇ ਜੋ ਸਪੂਨਸ ਹਨ ਸਾਡੀ ਕਬਰਡ ਦੇ ਵਿੱਚ ਹੁਣ ਤੱਕ ਬਚੇ ਹੋਣਗੇ। The wagon had hardly stopped at the front steps when the iron master asked the valet whether the stranger was still there। ਹਜੇ ਉਹਨਾਂ ਦੀ ਜੋ ਘੋੜਾ ਗੱਡੀ ਸੀ ਰੁਕੀ ਹੀ ਸੀ ਉਹਨਾਂ ਦੇ ਘਰ ਦੇ ਕੋਲ ਆ ਕੇ, ਪੌੜੀਆਂ ਦੇ ਕੋਲ ਆ ਕੇ, ਜਦ ਕਿ ਆਇਰਨ ਮਾਸਟਰ ਨੇ ਨੌਕਰ ਨੂੰ ਪੁੱਛਿਆ ਕਿ ਉਹ ਸਟ੍ਰੇਂਜਰ ਹਾਲੇ ਵੀ ਉੱਥੇ ਹੈ। He added that he had heard at church that the man was a thief। ਉਸਨੇ ਇਹ ਵੀ ਕਿਹਾ ਕਿ ਮੈਂ ਚਰਚ ਵਿੱਚ ਸੁਣਿਆ ਹੈ ਕਿ ਉਹ ਵਿਅਕਤੀ ਇੱਕ ਚੋਰ ਸੀ। The valet answered that the fellow had gone and that he had not taken anything with him at all। ਨੌਕਰ ਨੇ ਕੀ ਆਨਸਰ ਦਿੱਤਾ ਕਿ ਉਹ ਵਿਅਕਤੀ ਤਾਂ ਚਲਾ ਗਿਆ ਹੈ ਪਰ ਆਪਣੇ ਨਾਲ ਉਹ ਕੁਝ ਵੀ ਨਹੀਂ ਲੈ ਕੇ ਗਿਆ। On the contrary, ਇਸ ਦੇ ਉਲਟ he had left behind a little package which Miss Williamson was to be kind enough to accept as a Christmas present। ਅਤੇ ਉਹ ਜੋ ਪੈਕੇਜ ਛੱਡ ਕੇ ਗਿਆ ਹੈ ਉਹ ਮਿਸ ਵਿਲਮਸਨ ਦੇ ਲਈ ਹੈ, ਉਸ ਲੜਕੀ ਦੇ ਲਈ ਹੈ, ਅਤੇ ਉਸਨੇ ਕੀ ਕਿਹਾ ਹੈ ਬੜੀ ਹੀ ਦਿਆਲੁਤਾ ਵਾਲੀ ਗੱਲ ਹੋਵੇਗੀ ਜੇਕਰ ਮਿਸ ਵਿਲਮਸਨ ਇਸ ਕ੍ਰਿਸਮਸ ਪ੍ਰੈਜ਼ੈਂਟ ਨੂੰ ਸਵੀਕਾਰ ਕਰ ਲੈਣ। The young girl opened the package। young girl ਨੇ ਉਸ ਪੈਕੇਜ ਨੂੰ ਖੋਲ੍ਹਿਆ, which was so badly done up that the contents came into view at once। ਉਹ ਇੰਨਾ ਇੱਕ ਬੁਰੇ ਜਿਹੇ ਢੰਗ ਨਾਲ ਉਸਨੂੰ ਪੈਕ ਕੀਤਾ ਹੋਇਆ ਸੀ ਕਿ ਜੋ ਉਸਦੇ ਵਿੱਚ ਕੰਟੈਂਟ ਸਨ, ਜੋ ਚੀਜ਼ਾਂ ਸਨ, ਉਹ ਇੱਕਦਮ ਬਾਹਰ ਆ ਗਈਆਂ। She gave a little cry of joy। ਉਸਨੇ ਇੱਕ ਜੋਏ ਦੇ ਵਿੱਚ, ਇੱਕ ਖੁਸ਼ੀ ਦੇ ਵਿੱਚ ਚੀਕ ਜੀ ਉਸਦੇ ਅੰਦਰੋਂ ਨਿਕਲੀ। She found a little small rat trap। ਉਸਦੇ ਵਿੱਚ ਉਸਨੇ ਕੀ ਦੇਖਿਆ, ਇੱਕ ਛੋਟੀ ਰੈਟ ਰੈਪ ਦੇਖੀ। And in it lay 3 wrinkled 10 kroner notes। ਅਤੇ ਉਸ ਵਿੱਚ ਕੀ ਹੈ 3 ਮੁੜੇ ਹੋਏ 10 kroner ਦੇ ਨੋਟਸ ਪਏ ਹੋਏ ਸਨ। But that was not all। ਪਰ ਇਹੀ ਸਭ ਕੁਝ ਨਹੀਂ ਸੀ। In the rat trap lay also a letter written in large jagged characters। ਉਸ ਰੈਟ ਰੈਪ ਦੇ ਵਿੱਚ ਇੱਕ ਲੈਟਰ ਵੀ ਪਿਆ ਹੋਇਆ ਸੀ ਜੋ ਕਿ ਵੱਡੇ ਵੱਡੇ ਅਤੇ ਜੈਗਡ ਕੀ ਹੁੰਦਾ ਕਟੇ ਫਟੇ ਅੱਖਰਾਂ ਦੇ ਵਿੱਚ ਲੈਟਰ ਇੱਕ ਲਿਖਿਆ ਹੋਇਆ ਸੀ। ਕੀ ਲਿਖਿਆ ਹੋਇਆ ਸੀ ਲੈਟਰ ਵਿੱਚ? ਆਨਰਡ ਐਂਡ ਨੋਬਲ ਮਿਸ, ਸਨਮਾਨਯੋਗ ਅਤੇ ਨੇਕ ਮਿਸ, ਸਿੰਸ ਯੂ ਹੈਵ ਬੀਨ ਸੋ ਨਾਈਸ ਟੂ ਮੀ ਆਲ ਡੇ ਲੌਂਗ। ਕਿਉਂਕਿ ਤੁਸੀਂ ਸਾਰਾ ਦਿਨ ਮੇਰੇ ਪ੍ਰਤੀ ਬੜੇ ਹੀ ਦਿਆਲੂ ਰਹੇ ਹੋ। ਐਜ਼ ਇਫ ਆਈ ਵਾਜ਼ ਅ ਕੈਪਟਨ, ਜਿਵੇਂ ਕਿ ਮੈਂ ਇੱਕ ਕੈਪਟਨ ਹੋਵਾਂ। ਆਈ ਵਾਂਟ ਟੂ ਬੀ ਨਾਈਸ ਟੂ ਯੂ, ਮੈਂ ਵੀ ਤੁਹਾਡੇ ਪ੍ਰਤੀ ਨਾਈਸ ਬਣਨਾ ਚਾਹੁੰਦਾ ਹਾਂ ਬਦਲੇ ਵਿੱਚ, ਇਨ ਰਿਟਰਨ। ਐਜ਼ ਇਫ ਆਈ ਵਾਜ਼ ਅ ਰੀਅਲ ਕੈਪਟਨ, ਜਿਵੇਂ ਕਿ ਮੈਂ ਅਸਲੀ ਕੈਪਟਨ ਹੀ ਹੋਵਾਂ। ਫॉर I don't want you to be embarrassed।
ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਸ਼ਰਮਿੰਦਾ ਹੋਵੋ ਐਟ ਦਿਸ ਕ੍ਰਿਸਮਸ ਸੀਜ਼ਨ ਬਾਈ ਅ ਥੀਫ, ਇੱਕ ਚੋਰ ਦੇ ਦੁਆਰਾ ਇਸ ਕ੍ਰਿਸਮਸ ਸੀਜ਼ਨ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਉਠਾਉਣੀ ਪਵੇ। ਬਟ ਯੂ ਕੈਨ ਗਿਵ ਬੈਕ ਦਾ ਮਨੀ ਟੂ ਦਾ ਓਲਡ ਮੈਨ, ਪਰ ਤੁਸੀਂ ਉਸ ਓਲਡ ਮੈਨ ਨੂੰ ਇਹ ਪੈਸੇ ਵਾਪਸ ਕਰ ਸਕਦੇ ਹੋ ਔਨ ਦਾ ਰੋਡ ਸਾਈਡ ਹੂ ਹੈਜ਼ ਦਾ ਮਨੀ ਪਾਊਚ ਹੈਂਗਿੰਗ ਟੂ ਦਾ ਵਿੰਡੋ ਫਰੇਮ ਐਜ਼ ਏ ਬੇਟ ਫॉर ਪੂਅਰ ਵਾਂਡਰਰ, ਜੋ ਕਿ ਰੋਡ ਸਾਈਡ ਉੱਤੇ ਉਹ ਰਹਿੰਦਾ ਹੈ ਓਲਡ ਮੈਨ, ਉਸਨੂੰ ਪੈਸੇ ਵਾਪਸ ਕਰ ਦਿੱਤੇ ਹੋ ਵਾਪਸ ਕਰ ਦੇਣਾ, ਜਿਹੜਾ ਕੀ ਹੈ ਜਿਸਨੇ ਇੱਕ ਮਨੀ ਪਾਊਚ, ਇੱਕ ਪੈਸਿਆਂ ਵਾਲੀ ਥੈਲੀ ਲਟਕਾਈ ਹੋਈ ਸੀ ਆਪਣੇ ਵਿੰਡੋ ਫਰੇਮ ਦੇ ਨਾਲ, ਇੱਕ ਚਾਰੇ ਦੇ ਤੌਰ ਤੇ ਹੀ, ਜੋ ਕਿ ਇੱਕ ਗਰੀਬ ਘੁਮੱਕੜ ਦੇ ਲਈ ਇੱਕ ਚਾਰੇ ਦਾ ਕੰਮ ਹੀ ਜਿਸਨੇ ਕੀਤਾ। ਦ ਰੈਟ ਰੈਪ ਇਜ਼ ਅ ਕ੍ਰਿਸਮਸ ਪ੍ਰੈਜ਼ੈਂਟ ਫਰੋਮ ਅ ਰੈਟ, ਇਹ ਰੈਟ ਰੈਪ ਜੋ ਹੈ ਇਸ ਨੂੰ ਇੱਕ ਕ੍ਰਿਸਮਸ ਪ੍ਰੈਜ਼ੈਂਟ ਹੀ ਸਮਝਣਾ ਇੱਕ ਰੈਟ ਦੇ ਵੱਲੋਂ, ਇੱਕ ਚੂਹੇ ਦੇ ਵੱਲੋਂ, ਹੂ ਵੁੱਡ ਹੈਵ ਬੀਨ ਕੌਟ ਇਨ ਦਿਸ ਵਰਡਸ ਰੈਟ ਰੈਪ, ਜਿਹੜਾ ਫਸ ਹੀ ਗਿਆ ਹੁੰਦਾ ਇਸ ਸੰਸਾਰ ਦੀ ਰੈਟ ਰੈਪ ਵਿੱਚ, ਇਸ ਸੰਸਾਰ ਦੀ ਚੂਹੇਦਾਨੀ ਵਿੱਚ ਫਸ ਹੀ ਗਿਆ ਹੁੰਦਾ। ਇਫ ਹੀ ਹੈਡ ਨਾਟ ਬੀਨ ਰੇਜ਼ਡ ਟੂ ਕੈਪਟਨ, ਜੇਕਰ ਉਸ ਦੇ ਨਾਲ ਇੱਕ ਕੈਪਟਨ ਵਰਗਾ ਵਿਵਹਾਰ ਨਾ ਕੀਤਾ ਹੁੰਦਾ। ਬਿਕੋਜ਼ ਇਨ ਦੈਟ ਵੇ ਹੀ ਗੋਟ ਪਾਵਰ ਟੂ ਕਲੀਅਰ ਹਿਮਸੈਲਫ, ਕਿਉਂਕਿ ਇਸ ਤਰੀਕੇ ਨਾਲ ਉਸਨੂੰ ਇੱਕ ਪਾਵਰ ਮਿਲ ਗਈ ਸੀ, ਇੱਕ ਸ਼ਕਤੀ ਮਿਲ ਗਈ ਸੀ ਆਪਣੇ ਆਪ ਨੂੰ ਕਲੀਅਰ ਕਰਨ ਦੀ, ਆਪਣੇ ਗੁਨਾਹਾਂ ਤੋਂ ਬਾਹਰ ਨਿਕਲਣ ਦੀ। ਰਿਟਨ ਵਿਦ ਫਰੈਂਡਸ਼ਿਪ ਐਂਡ ਹਾਈ ਰਿਗਾਰਡ ਕੈਪਟਨ ਵੌਨ ਸਟੈਲੇ, ਬੜੇ ਹੀ ਇੱਕ ਫਰੈਂਡਸ਼ਿਪ ਦੇ ਨਾਲ ਅਤੇ ਬਹੁਤ ਹੀ ਆਦਰ ਸਹਿਤ ਕੈਪਟਨ ਵੌਨ ਸਟੈਲੇ, ਆਪਣਾ ਨਾਮ ਉਹ ਕੀ ਲਿਖਦਾ ਹੈ, ਕੈਪਟਨ ਵੌਨ ਸਟੈਲੇ। ਹਾਲਾਂਕਿ ਉਹ ਕੈਪਟਨ ਵੌਨ ਸਟੈਲੇ ਨਹੀਂ ਸੀ, ਇੱਕ ਸਧਾਰਨ ਚੋਰ ਸੀ, ਸਧਾਰਨ ਵਿਅਕਤੀ ਸੀ। ਹੁਣ ਇਸ ਲੈਸਨ ਵਿੱਚ ਸਾਨੂੰ ਸਿੱਖਿਆ ਕੀ ਮਿਲਦੀ ਹੈ, ਉਹ ਜੋ ਕ੍ਰਾਫਟਰ ਸੀ ਉਸਨੇ ਇਸ ਵਿਅਕਤੀ ਦੀ ਸਹਾਇਤਾ ਕੀਤੀ। ਇਸ ਵਿੱਚ ਕੀ ਸੀ, ਉਸਦਾ ਆਪਣਾ ਸਵਾਰਥ ਸੀ, ਕਿਉਂਕਿ ਉਹ ਇਕੱਲਾ ਸੀ ਅਤੇ ਕਿਸੇ ਦੀ ਸੰਗਤ ਚਾਹੁੰਦਾ ਸੀ ਤਾਂ ਕਿ ਉਸ ਦੇ ਨਾਲ ਉਹ ਗੱਲਬਾਤ ਕਰ ਸਕੇ। ਉਸਨੇ ਆਪਣੇ ਸਵਾਰਥ ਦੇ ਲਈ ਇਸ ਰੈਟ ਰੈਪ ਵਾਲੇ ਵਿਅਕਤੀ ਦੀ ਮਦਦ ਕੀਤੀ। ਅਤੇ ਜੋ ਆਇਰਨ ਮਾਸਟਰ ਸੀ ਉਹ ਕੀ ਸੋਚਦਾ ਸੀ ਕਿ ਇਹ ਜੋ ਵਿਅਕਤੀ ਹੈ ਉਸਦਾ ਪੁਰਾਣਾ ਸੈਨਾ ਦੇ ਵਿੱਚੋਂ ਕੋਈ, ਉਸਦਾ ਰੈਜੀਮੈਂਟ ਦੇ ਵਿੱਚੋਂ ਕੀ ਹੈ, ਉਸਦਾ ਪੁਰਾਣਾ ਫਰੈਂਡ ਹੈ, ਇਸ ਲਈ ਉਸਨੇ ਭੁਲੇਖੇ ਵਿੱਚ ਇਸ ਦੀ ਮਦਦ ਕੀਤੀ। ਪਰ ਜੋ ਇਹ ਲੜਕੀ ਹੈ ਇਸਨੇ ਇਸ ਦੀ ਹੈਲਪ ਕੀਤੀ ਬਿਨਾਂ ਕਿਸੇ ਸਵਾਰਥ ਤੋਂ। ਹਾਲਾਂਕਿ ਜਦ ਪਹਿਲੀ ਵਾਰ ਇਹ ਉਸ ਮਿਲ ਦੇ ਵਿੱਚ ਇਸ ਰੈਟ ਰੈਪ ਵਾਲੇ ਵਿਅਕਤੀ ਨੂੰ ਉਸਨੇ ਦੇਖਿਆ ਸੀ, ਉਹ ਸਮਝ ਗਈ ਸੀ ਕਿ ਇਹ ਜਾਂ ਤਾਂ ਕੋਈ ਚੋਰ ਹੈ ਤੇ ਜਾਂ ਕਿਸੇ ਜੇਲ੍ਹ ਵਿੱਚੋਂ ਭੱਜਿਆ ਹੋਇਆ ਹੈ। ਪਰ ਇਹ ਜਾਣਦੇ ਹੋਏ ਵੀ ਕੀ ਹੈ, ਇਹ ਇੱਕ ਉਸਨੂੰ ਡਾਊਟ ਹੁੰਦੇ ਹੋਏ ਵੀ ਉਸਨੇ ਕੀ ਹੈ, ਬਿਨਾਂ ਕਿਸੇ ਸਵਾਰਥ ਤੋਂ ਇਸ ਵਿਅਕਤੀ ਦੀ ਮਦਦ ਕੀਤੀ। ਅਤੇ ਇਸੇ ਮਦਦ ਦੇ ਕਰਕੇ ਇਸ ਦਾ ਬਿਲਕੁਲ ਇਸ ਵਿਅਕਤੀ ਦਾ ਮਨ ਹੀ ਚੇਂਜ ਹੋ ਗਿਆ ਕਿ ਕਿਸ ਤਰ੍ਹਾਂ ਜੇਕਰ ਕਿਸੇ ਦੀ ਮਦਦ ਕੀਤੀ ਜਾਵੇ, ਇੱਕ ਵਿਅਕਤੀ ਨੂੰ ਅਸੀਂ ਕਿਸ ਤਰ੍ਹਾਂ ਕੀ ਹੈ ਬਿਲਕੁਲ ਬਦਲ ਸਕਦੇ ਹਾਂ, ਉਸ ਦੇ ਵਿੱਚੋਂ ਅਸੀਂ ਬੁਰਾਈਆਂ ਨੂੰ ਹੀ ਖਤਮ ਕਰ ਸਕਦੇ ਹਾਂ। ਇਸ ਲਈ ਸਾਨੂੰ ਵੀ ਕੀ ਚਾਹੀਦਾ ਹੈ, ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਢਾਲਣਾ ਚਾਹੀਦਾ ਹੈ। ਜੇਕਰ ਸਾਨੂੰ ਕੋਈ ਬੁਰਾ ਵਿਅਕਤੀ ਵੀ ਮਿਲਦਾ ਹੈ, ਉਸ ਨਾਲ ਬੁਰਾ ਕਰਨ ਦੀ ਬਜਾਏ ਕੀ ਹੈ, ਆਪਣੀ ਚੰਗਿਆਈ ਦੇ ਨਾਲ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ। Okay, thanks students. I hope you have understood this Punjabi explanation and I hope you have liked this. Thanks.